ਮਾਰਨਿੰਗ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜ ਗਏ ਨੇ ਹਰ ਰੋਜ਼ ਦੀ ਤਰ੍ਹਾਂ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ। ਉਹਨਾਂ ਨਾਲ ਤੁਹਾਡੇ ਗੱਲਬਾਤ ਕਰਾਉਂਦੇ ਆ, ਕੁਝ ਖਬਰਾਂ ਦੇ ਉੱਤੇ ਕਰਦੇ ਆ ਚਰਚਾ। ਇੱਥੇ ਸਾਡੇ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ ਨਵੀਂ ਕੈਬਨਿਟ ਜਿਹੜੀ ਆ ਉਹ ਬਣਾਈ ਗਈ ਆ। ਉਹਦੇ ਬਾਰੇ ਕੋਈ ਜਾਣਕਾਰੀ ਜਿੰਨੀ ਕੁ ਹੋਏਗੀ ਸਾਡੇ ਕੋਲ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਕੁਝ ਖਬਰਾਂ ਭਾਰਤੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਝ ਖਬਰਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਨਕਲੂਡ ਕਰ ਸਕੀਏ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰੀਏ ਜੀ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ ਜੀ। ਆਇਆਂ ਨੂੰ ਜੀ। ਬਹੁਤ ਮਿਹਰਬਾਨੀ ਜੀ। ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ, ਇਲੈਕਸ਼ਨ ਹੋਈ ਨੂੰ ਵਾਹਵਾ ਦਿਨ ਹੋ ਗਏ, ਬੜੀ ਲੋਕ ਉਤਸੁਕਤਾ ਨਾਲ ਉਡੀਕ ਕਰ ਰਹੇ ਸੀ ਕਿ ਨਵੀਂ ਕੈਬਨਿਟ ਬਣੇਗੀ, ਕਿਸ ਤਰ੍ਹਾਂ ਦੀਆਂ ਚੇਂਜਸ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ, ਉਹਦੇ ਬਾਰੇ ਲੋਕ ਜਾਣਨਾ ਚਾਹ ਰਹੇ ਸੀਗੇ ਬੜੇ ਦਿਨਾਂ ਤੋਂ। ਜਦੋਂ ਅਨਾਊਂਸ ਕੀਤਾ ਕਿ 25 ਤਰੀਕ ਨੂੰ ਨਵੀਂ ਕੈਬਨਿਟ ਜਿਹੜੀ ਆ ਉਹ ਬਣੇਗੀ, ਔਰ ਖਾਸ ਕਰਕੇ ਕਿਹਾ ਜਾਂਦਾ ਹੈ ਕਿ ਟਰੂਡੋ ਸਾਹਿਬ ਜਿਹੜੇ ਉਹ ਬੜਾ ਬੈਲੈਂਸ ਰੱਖ ਕੇ ਕਿ ਜਿਹੜਾ ਜੈਂਡਰ ਇਕੁਐਲਿਟੀ ਆ ਉਹਦਾ ਬੜਾ ਧਿਆਨ ਰੱਖਿਆ ਸੀ ਪਿਛਲੀ ਵਾਰ, ਤੇ ਇਸ ਵਾਰ ਵੀ ਉਹਨਾਂ ਕਿਹਾ ਸੀਗਾ। ਸੋ ਮੈਂ ਤੁਹਾਡੇ ਕੋਲੋਂ ਹੀ ਜਾਣਨਾ ਚਾਹਾਂਗਾ ਕਿ ਕਿਸ ਤਰ੍ਹਾਂ ਦੀ ਕੈਬਨਿਟ ਬਣੀ ਆ, ਕਿਹੜੇ ਕਿਹੜੇ ਮਿਨਿਸਟਰ ਤੁਹਾਨੂੰ ਲੱਗਦਾ, ਖਾਸ ਕਰਕੇ ਆਪਣੀ ਕਮਿਊਨਿਟੀ 'ਚੋਂ ਜੋ ਤੁਸੀਂ ਪੜ੍ਹਿਆ ਦੇਖਿਆ ਉਹ ਸਾਂਝਾ ਕਰੋ ਆਪਣੇ ਦਰਸ਼ਕਾਂ ਨਾਲ ਜੀ। ਗਿੱਲ ਸਾਹਿਬ, ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਉਦੋਂ ਬੜੀਆਂ ਗੱਲਾਂ ਚੱਲੀਆਂ ਕਿ ਟਰੂਡੋ ਸਾਹਿਬ ਨੇ ਇਹ ਸੋਚਿਆ ਵੀ ਮੈਨੂੰ ਮੈਜੋਰਿਟੀ ਮਿਲ ਜਾਏਗੀ, ਪਰ ਸਰਕਾਰ ਤਾਂ ਬੇਸ਼ੱਕ ਟਰੂਡੋ ਦੀ ਬਣ ਗਈ, ਪਰੰਤੂ ਉਹਨਾਂ ਨੂੰ ਇਹ ਮਿਨੋਰਿਟੀ ਗੌਰਮੈਂਟ ਹੀ ਬਣੀ ਹੈਗੀ ਆ। ਔਰ ਚੋਣਾਂ ਹੋਣ ਤੋਂ ਬਾਅਦ ਇਹ ਉਤਸੁਕਤਾ ਸੀਗੀ ਲੋਕਾਂ ਦੇ ਵਿੱਚ, ਵੋਟਰਾਂ ਦੇ ਵਿੱਚ, ਇਕੱਲੇ ਕੈਨੇਡਾ 'ਚ ਹੀ ਨਹੀਂ, ਖਾਸ ਕਰਕੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਵੀ, ਕਿਉਂਕਿ ਭਾਰਤ ਦਾ ਤੇ ਪੰਜਾਬ ਦਾ ਜਿਹੜਾ ਉਹ ਬਹੁਤ ਇੱਧਰ ਧਿਆਨ ਰਹਿੰਦਾ ਕਿ ਬਈ ਭਾਰਤੀ ਮੂਲ ਦੇ ਜਾਂ ਪੰਜਾਬੀ ਮੂਲ ਦੇ ਕਿੰਨੇ ਪਾਰਲੀਮੈਂਟ ਦੇ ਮੈਂਬਰ ਬਣਦੇ ਆ ਤੇ ਉਹਨਾਂ 'ਚੋਂ ਕਿੰਨੇ ਮੰਤਰੀ ਬਣਦੇ ਆ। ਸੋ ਇਹ ਟਰੂਡੋ ਸਾਹਿਬ ਨੇ ਜਿਹੜੀ ਅੱਜ ਕੈਬਨਿਟ ਫਾਰਮ ਕੀਤੀ ਆ, ਇਹਦੇ ਵਿੱਚ ਇਹਨੇ ਜਿਹੜੀਆਂ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਆ ਪੰਜਾਬੀ ਕਮਿਊਨਿਟੀ ਦੇ। ਜੇ ਆਪਾਂ ਹਿਸਾਬ ਨਾਲ ਦੇਖੀਏ ਤਾਂ ਹਰਜੀਤ ਸਿੰਘ ਸੱਜਣ ਹੋਰਾਂ ਦੀ ਇੱਕ ਤਰੀਕੇ ਨਾਲ ਡੀਮੋਸ਼ਨ ਹੋਈ ਹੈਗੀ ਆ। ਉਹਨਾਂ ਨੂੰ ਡਿਫੈਂਸ ਮਿਨਿਸਟਰ ਤੋਂ ਹਟਾ ਕੇ ਤੇ ਲਾਤਾ ਹੈਗਾ ਇੰਟਰਨੈਸ਼ਨਲ ਡਿਵੈਲਪਮੈਂਟ ਦਾ ਮਿਨਿਸਟਰ। ਭਾਵੇਂ ਕਿ ਜਿਹੜੀ ਡਿਫੈਂਸ ਮਿਨਿਸਟਰ ਦੀ ਪੋਸਟ ਹੈਗੀ ਆ, ਡਿਫੈਂਸ ਮਿਨਿਸਟਰ ਭਾਵੇਂ ਪੰਜਾਬੀ ਬਣੀ ਹੈਗੀ ਆ ਅਨੀਤਾ ਆਨੰਦ, ਪਰ ਫਿਰ ਵੀ ਇਹ ਤਬਦੀਲੀ ਜਿਹੜੀ ਆ ਇਹ ਕਾਫੀ ਲੋਕ ਜਿਹੜੇ ਆ ਇਹਦੇ ਤੋਂ ਹੈਰਾਨ ਹੈਗੇ ਆ। ਔਰ ਇਹਦੇ ਵਿੱਚ ਕਿਆਸਰਾਈਆਂ ਪਹਿਲਾਂ ਹੀ ਲੱਗਦੀਆਂ ਸੀਗੀਆਂ, ਕਿਉਂਕਿ ਕੁਝ ਸੈਕਸੁਅਲ ਹਰਾਸਮੈਂਟ ਦੇ ਕੇਸ ਜਿਹੜੇ ਆ ਉਹ ਫੌਜ ਦੇ ਵਿੱਚ ਹੋਏ ਸੀਗੇ, ਤੇ ਉਦੋਂ ਤੋਂ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਸੀਗਾ ਕਿ ਹੁਣ ਜਿਹੜਾ ਨਵਾਂ ਡਿਫੈਂਸ ਮਿਨਿਸਟਰ ਬਣੇਗਾ ਉਹ ਫੀਮੇਲ ਹੋਏਗੀ। ਤੇ ਉਹ ਕਿਆਸਰਾਈਆਂ ਠੀਕ ਨਿਕਲੀਆਂ ਕਿ ਅਨੀਤਾ ਆਨੰਦ ਜਿਹੜੀ ਹੈਗੀ ਆ ਉਹਨਾਂ ਨੂੰ ਡਿਫੈਂਸ ਮਿਨਿਸਟਰ ਬਣਾ ਦਿੱਤਾ ਗਿਆ। ਤੇ ਜਿਹੜੀ ਪਹਿਲਾਂ ਹੀ ਪਾਵਰਫੁਲ ਸੀਗੀ ਕ੍ਰਿਸਟੀਆ ਫਰੀਲੈਂਡ, ਡਿਪਟੀ ਪ੍ਰਾਈਮ ਮਿਨਿਸਟਰ ਔਰ ਫਿਨਾਂਸ, ਉਹਨਾਂ ਦਾ ਸਟੇਟਸ ਉਹੀ ਰੱਖਿਆ ਗਿਆ। ਔਰ ਇਹ ਵੀ ਕਿਆਸਰਾਈਆਂ ਲੱਗਦੀਆਂ ਆ ਕਿ ਹੁਣ ਜਿਹੜੀ ਟਰੂਡੋ ਸਾਹਿਬ ਆਪ ਹੀ ਮੰਨਦੇ ਆ ਵੀ ਇਹ 2 ਸਾਲ ਚੱਲਣ ਵਾਲੀ ਗੌਰਮੈਂਟ ਆ, ਜਾਂ ਆਮ ਇਹ ਰਵਾਇਤ ਕਹਿ ਲਓ ਜਾਂ ਧਾਰਨਾ ਕਹਿ ਲਓ, ਜਾਂ ਆਮ ਇਹ ਹੁੰਦਾ ਹੀ ਆ ਕਿ 18 ਮਹੀਨਿਆਂ ਤੋਂ ਲੈ ਕੇ 2 ਸਾਲ ਤੱਕ ਜਿਹੜੀ ਮਿਨੋਰਿਟੀ ਗੌਰਮੈਂਟ ਆ ਉਹ ਚੱਲਦੀ ਆ। ਤੇ ਹੁਣ ਜਿਹੜੀ ਅਗਲੀ ਗੌਰਮੈਂਟ ਬਣੇਗੀ ਉਹਦੀ ਸੰਭਾਵਨਾ ਇਹ ਆ ਵੀ ਉਹਦੇ ਵਿੱਚ ਕ੍ਰਿਸਟੀਆ ਫਰੀਲੈਂਡ ਜਿਹੜੀ ਆ, ਜੇ ਮੈਜੋਰਿਟੀ ਆਉਂਦੀ ਆ ਲਿਬਰਲਸ ਦੀ, ਤਾਂ ਉਹ ਪ੍ਰਾਈਮ ਮਿਨਿਸਟਰ ਹੋ ਸਕਦੀ ਆ। ਔਰ ਇਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਜਿਹੜੀ ਆ ਉਹ ਘਟੀ ਆ। ਹੁਣ ਤੁਸੀਂ ਦੇਖੋ ਕਿ ਪਿਛਲੀ ਵਾਰੀ ਜਿਹੜੇ ਪੰਜਾਬੀ ਮਿਨਿਸਟਰ ਸੀਗੇ, ਸੱਜਣ ਸਿੰਘ, ਹਰਜੀਤ ਸਿੰਘ ਸੱਜਣ ਬੇਸ਼ੱਕ ਕੈਬਨਿਟ ਵਿੱਚ ਨੇ, ਪਰ ਉਹਨਾਂ ਦੀ ਡੀਮੋਸ਼ਨ ਹੋਈ ਹੈਗੀ ਆ। ਬਰਦੀਸ਼ ਚੱਗਰ ਜਿਹੜੀ ਹੈਗੀ ਆ ਉਹਨਾਂ ਨੂੰ ਕੈਬਨਿਟ ਦੇ ਵਿੱਚ ਨਹੀਂ ਲਿਆ ਗਿਆ, ਤੇ ਜਿਹੜੇ ਅਮਰਜੀਤ ਸੋਹੀ ਆ ਉਹਨਾਂ ਨੇ ਚੋਣ ਨਹੀਂ ਲੜੀ, ਨਵਦੀਪ ਬੈਂਸ ਨੇ ਵੀ ਚੋਣ ਨਹੀਂ ਲੜੀ। ਸੋ ਉਹ ਤਾਂ ਜਿਹੜੇ ਗਿਣਤੀ ਸੀਗੀ ਸਾਡੀ 5 ਉਹ ਤੋਂ ਘਟ ਗਈ। ਹੁਣ ਜਿਹੜੀ
ਜਿਹੜੇ ਪੰਜਾਬੀ ਆ ਉਹ 3 ਇਸ ਕੈਬਨਿਟ ਵਿੱਚ ਆਏ ਆ। ਇੱਕ ਅਨੀਤਾ ਆਨੰਦ ਜਿਹੜੀ ਕਿ ਡਿਫੈਂਸ ਮਿਨਿਸਟਰ ਬਣੀ ਆ, ਔਰ ਹਰਜੀਤ ਸਿੰਘ ਸੱਜਣ ਜਿਹੜੇ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਮਿਨਿਸਟਰ ਬਣੇ ਆ, ਔਰ ਕਮਲ ਖਹਿਰਾ ਜਿਹੜੀ ਕਿ ਬਰੈਂਪਟਨ ਤੋਂ ਵੈਸਟ ਤੋਂ ਪਾਰਲੀਮੈਂਟ ਦੀ ਮੈਂਬਰ ਆ, ਔਰ 3rd ਟਾਈਮਰ ਆ, ਤੀਜੀ ਵਾਰੀ ਉਹ ਪਾਰਲੀਮੈਂਟ ਦੀ ਮੈਂਬਰ ਬਣੀ ਆ। ਉਹਨਾਂ ਨੂੰ ਮਿਨਿਸਟਰੀ ਦੇ ਵਿੱਚ ਲਿਆ ਗਿਆ, ਔਰ ਉਹਨਾਂ ਨੂੰ ਮਿਨਿਸਟਰੀ ਜਿਹੜੀ ਆ ਉਹ ਦਿੱਤੀ ਗਈ ਆ, ਸਮਝ ਲਓ ਸਾਡੇ ਤੁਹਾਡੇ ਵਾਲੀ ਸੀਨੀਅਰਸ ਦੇ ਉਹ ਮਿਨਿਸਟਰ ਬਣੇ ਹੈਗੇ ਆ। ਤੇ ਅਸੀਂ ਜਿੱਥੇ ਕਮਲ ਖਹਿਰਾ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਉਹਨਾਂ ਦੇ ਮੰਤਰੀ ਬਣਨ ਦੀ, ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਮਤਲਬ ਦੱਸਣਾ ਚਾਹੁੰਦੇ ਆ ਕਿ ਬਈ ਇਹ ਮਿਨਿਸਟਰੀ ਜਿਹੜੀ ਆ ਇਹ ਬੜੀ ਜਿਹੜੇ ਸੀਨੀਅਰਸ ਹੈਗੇ ਆ ਉਹਨਾਂ ਦੀਆਂ ਸਮੱਸਿਆਵਾਂ ਹੀ ਹੱਲ ਕਰਨ ਵਾਲੀ ਮਿਨਿਸਟਰੀ ਨਹੀਂ ਗੀ, ਬਲਕਿ ਸੀਨੀਅਰਸ ਦੀ ਜਿਹੜੀ ਰਿਸਪੈਕਟ ਹੈਗੀ ਆ, ਸੀਨੀਅਰਸ ਦਾ ਜਿਹੜਾ ਸਤਿਕਾਰ ਆ ਉਹ ਵੀ ਵਧਾਉਣਾ ਉਹਨਾਂ ਦੇ ਜਿੰਮੇ ਹੋਊਗਾ। ਔਰ ਤੁਹਾਨੂੰ ਗਿੱਲ ਸਾਹਿਬ ਪਤਾ ਕਿ ਸੀਨੀਅਰਸ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈਗੀ ਆ ਕੰਟਰੀ ਦੇ ਵਿੱਚ, ਔਰ ਉਹਨਾਂ ਦੀ ਸਿਹਤ ਦਾ ਜਿਹੜਾ ਫਿਕਰ ਕਰਨਾ ਉਹ ਵੀ ਬੜਾ ਜ਼ਰੂਰੀ ਆ, ਕਿਉਂਕਿ ਕੈਨੇਡਾ ਦਾ ਮੌਸਮ ਜਿਹੜਾ ਉਹ ਬੜਾ ਹਾਰਡ ਆ। ਸੋ ਇਹਦੇ ਨਾਲ ਕੁਛ ਤਬਦੀਲੀਆਂ ਜਿਹੜੀਆਂ ਪਹਿਲਾਂ ਮਿਨਿਸਟਰੀਆਂ ਦੇ ਵਿੱਚ ਜਿਵੇਂ ਹੋਈਆਂ ਹੈਗੀਆਂ, ਹੁਣ ਸੇਨ ਫਰੇਜ਼ਰ ਜਿਹੜੇ ਆ ਉਹਨਾਂ ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਦਿੱਤੀ ਗਈ ਆ, ਤੇ ਕੈਰੋਲਿਨ ਬੈਨੇਟ ਨੂੰ ਮੈਂਟਲ ਹੈਲਥ ਦਿੱਤੀ ਗਈ ਆ, ਉਮਰ ਅਲਗਾਬਰਾ ਨੂੰ ਟਰਾਂਸਪੋਰਟ ਦਿੱਤੀ ਗਈ ਆ। ਸੋ ਇਦਾਂ ਕਰਕੇ ਪੰਜਾਬੀ ਬੈਕਗਰਾਉਂਡ ਵਾਲੇ ਜਿਹੜੇ MP ਹੈਗੇ ਆ, ਪੰਜਾਬੀ ਬੈਕਗਰਾਉਂਡ ਵਾਲੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਜਾਂ ਜਿਹੜੇ ਮੰਤਰੀ ਸੀਗੇ, ਉਹਨਾਂ ਦੇ ਹਿਸਾਬ ਨਾਲ ਪੰਜਾਬੀਆਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਘਟੀ ਆ। ਤੇ ਇਹਦਾ ਕੀ ਮਾਪਦੰਡ ਰੱਖਿਆ ਗਿਆ ਇਹਦੇ ਬਾਰੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਪਰ ਉਹਨਾਂ ਨੇ ਟਰੂਡੋ ਸਾਹਿਬ ਨੇ ਕੋਸ਼ਿਸ਼ ਕੀਤੀ ਆ, ਦਾਵਾ ਉਹਨਾਂ ਦਾ ਵਾਜਬ ਆ ਕਿ ਇੱਕ ਤਾਂ ਉਹਨਾਂ ਨੇ ਵੱਖਰੀਆਂ ਕਮਿਊਨਿਟੀਜ਼ ਨੂੰ, ਜਿਵੇਂ ਕਿ ਇਹਦੇ ਵਿੱਚ ਮੁਸਲਿਮ ਵੀ ਹੈਗੇ ਆ, ਸਿੱਖ ਵੀ ਹੈਗੇ ਆ, ਹਿੰਦੂ ਵੀ ਹੈਗੇ ਆ, ਔਰ ਜਿਹੜੇ ਇੱਥੋਂ ਦੇ ਮੂਲ ਵਾਸੀ ਹੈਗੇ ਆ ਉਹ ਵੀ ਆ, ਤੇ ਨਾਲ ਦੀ ਨਾਲ ਇੱਕ ਗਿਣਤੀ ਜਿਹੜੀ ਔਰਤਾਂ ਦੀ ਹੈਗੀ ਆ ਉਹ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨੇ ਔਰਤਾਂ ਸ਼ਾਮਲ ਕੀਤੀਆਂ, ਜਿਹੜਾ ਕਿ ਉਹ ਇਹ ਕਹਿਣਾ ਚਾਹੁੰਦਾ ਜਾਂ ਇਹ ਦੱਸਣਾ ਚਾਹੁੰਦਾ ਕਿ ਲਿਬਰਲ ਪਾਰਟੀ ਜਿਹੜੀ ਆ ਜਾਂ ਟਰੂਡੋ ਸਾਹਿਬ ਆ ਉਹ ਔਰਤਾਂ ਦੇ ਬੜੇ ਹੱਕ ਦੇ ਵਿੱਚ ਹੈਗੇ ਆ, ਔਰ ਉਹਨਾਂ ਦੇ ਅਧਿਕਾਰ ਜਿਹੜੇ ਦੇਣੇ ਉਹਨਾਂ ਨੂੰ ਉਹ ਬਹੁਤ ਪਹਿਲ ਦਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਗਿੱਲ ਸਾਹਿਬ ਉਹ ਸਾਡੇ ਇਸ ਨਵੀਂ ਮਿਨਿਸਟਰੀ ਦੇ ਵਿੱਚ, ਨਵੀਂ ਕੈਬਨਿਟ ਦੇ ਵਿੱਚ ਆਈਆਂ, ਔਰ ਬਰੈਂਪਟਨ ਨੂੰ ਜਿੱਥੇ ਅਸੀਂ ਬੈਠੇ ਆ ਇੱਕ ਕੈਬਨਿਟ ਮਿਨਿਸਟਰੀ ਜਿਹੜੀ ਆ ਉਹ ਮਿਲ ਗਈ ਆ, ਤੇ ਕਮਲ ਖਹਿਰਾ ਜਿੱਥੇ 3rd ਟਾਈਮਰ ਪਾਰਲੀਮੈਂਟ ਦੇ ਮੈਂਬਰ ਨੇ, ਉੱਥੇ ਨਾਲ ਦੀ ਨਾਲ ਪਹਿਲਾਂ ਇਹ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਹੈਗੇ ਆ। ਸੋ ਇਹਨਾਂ ਨੂੰ ਇੱਕ ਤਜਰਬਾ ਜਿਹੜਾ ਹੈਗਾ ਉਹ ਐਡਮਿਨਿਸਟ੍ਰੇਸ਼ਨ ਦਾ ਹੈਗਾ। ਨਾਲ ਦੀ ਨਾਲ ਕਿਉਂਕਿ ਪਾਰਲੀਮੈਂਟ ਦੇ ਮੈਂਬਰ ਬਣਨ ਤੋਂ ਪਹਿਲਾਂ ਇਹਨਾਂ ਦਾ ਬੇਸਿਕ ਪ੍ਰੋਫੈਸ਼ਨ ਜਿਹੜਾ ਉਹ ਸਿਹਤ ਨਾਲ ਸੰਬੰਧਿਤ ਸੀਗਾ, ਨਰਸਿੰਗ ਇਹਨਾਂ ਦਾ ਸੀਗਾ ਮਤਲਬ ਪ੍ਰੋਫੈਸ਼ਨ, ਤੇ ਇਹਦੇ ਕਰਕੇ ਮਹਿਸੂਸ ਹੁੰਦਾ ਬਈ ਇਹਨਾਂ ਨੂੰ ਮਿਨਿਸਟਰੀ ਸੋਚ ਕੇ ਦਿੱਤੀ ਗਈ ਆ ਕਿ ਸੀਨੀਅਰਸ ਦੀਆਂ ਜਿਹੜੀਆਂ ਬਾਕੀ ਸਮੱਸਿਆਵਾਂ ਉਹਨਾਂ ਦੇ ਨਾਲ ਵੱਡੀ ਸਮੱਸਿਆ ਜਿਹੜੀ ਆ ਉਹਨਾਂ ਦੀ ਸਿਹਤ ਦੀ ਸਮੱਸਿਆ ਹੈਗੀ ਆ, ਜਿਹਦੇ ਵਿੱਚ ਉਹਨਾਂ ਦੇ ਦੰਦ, ਅੱਖਾਂ, ਕੰਨ, ਇਹ ਫੈਕਲਟੀਜ਼ ਜਿਹੜੀਆਂ ਹੈਗੀਆਂ ਉਹ ਉਮਰ ਦੇ ਵਧਣ ਨਾਲ ਕਮਜ਼ੋਰ ਹੁੰਦੀਆਂ, ਔਰ ਇਸ ਸੰਬੰਧ ਦੇ ਵਿੱਚ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਆ। ਸੋ ਰਲਾ ਮਿਲਾ ਕੇ ਇਹ ਆ ਜੀ ਕਿ ਉਹਨਾਂ ਨੇ ਕੈਬਨਿਟ ਜਿਹੜੀ ਆ ਉਹ ਬਣਾਤੀ ਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਮਹਿਕਮੇ ਨੂੰ ਜਿਹੜੇ ਮੰਤਰੀ ਆ ਉਹ ਕਿਵੇਂ ਚਲਾਉਂਦੇ ਆ, ਇਹ ਅੱਗੋਂ ਵੇਖਣ ਵਾਲੀ ਗੱਲ ਹੋਏਗੀ ਜੀ।
ਪ੍ਰੋਫੈਸਰ ਸਾਹਿਬ ਆਪਾਂ ਹੁਣ ਕਿਉਂਕਿ ਇੱਥੇ ਬੈਠੇ ਆਪਾਂ ਐਜ ਏ ਕੈਨੇਡੀਅਨ ਸਿਟੀਜ਼ਨ ਜਦੋਂ ਸੋਚਦੇ ਹਾਂ ਜਾਂ ਸੋਚਣਾ ਚਾਹੀਦਾ ਸਾਨੂੰ ਘੱਟੋ ਘੱਟ, ਤੇ ਇਸ ਗੱਲ ਤੇ ਸਾਨੂੰ ਬਹੁਤਾ ਜ਼ੋਰ ਨਹੀਂ ਦੇਣਾ ਚਾਹੀਦਾ ਕਿ ਸਾਡੇ ਭਾਈਚਾਰੇ ਚੋਂ ਕਿੰਨੇ ਲੋਕ ਬਣੇ। ਕੁਝ ਲੋਕ ਇਹੋ ਜਿਹੇ ਵੀ ਹੋਣਗੇ ਫਿਰ ਜਿਹੜੇ ਅੱਗੇ ਪੰਜਾਬੀ ਭਾਈਚਾਰੇ ਤੋਂ ਗਾਂਹ ਜਾ ਕੇ ਕਹਿਣਗੇ ਇਹ 'ਚ ਸਿੱਖ ਕਿੰਨੇ ਬਣੇ, ਹਿੰਦੂ ਕਿੰਨੇ ਬਣੇ, ਮੁਸਲਿਮ ਕਿੰਨੇ ਬਣੇ। ਮੋਟੇ ਤੌਰ ਤੇ ਜੇ ਵੇਖੀਏ ਤੇ ਚਾਹੀਦਾ ਤੇ ਆਪਾਂ ਨੂੰ ਇਸ ਤਰ੍ਹਾਂ ਸੋਚਣਾ ਹੈ ਕਿ ਕਿਹੜੇ ਕੰਪੀਟੈਂਟ ਬੰਦਿਆਂ ਨੂੰ ਟਰੂਡੋ ਸਾਹਿਬ ਨੇ ਲਿਆ ਔਰ ਉਹਨਾਂ ਨੂੰ ਕਿਉਂ ਲਿਆ। ਜਿੱਥੋਂ ਤੱਕ ਕੈਬਨਿਟ ਜਿਹੜੀ ਨਵੀਂ ਬਣੀ ਆ ਇਹਦਾ ਸਵਾਲ ਆ, 38 ਮੈਂਬਰ ਜਿਹੜੇ ਆ ਇਸ ਕੈਬਨਿਟ 'ਚ ਲੈ ਗਏ ਆ 38, ਤੇ 10 ਵਿਅਕਤੀਆਂ ਨੂੰ ਤੇ ਪਹਿਲਾਂ ਵਾਲਾ ਹੀ ਰੋਲ ਦਿੱਤਾ ਜੀ ਟਰੂਡੋ ਸਾਹਿਬ ਨੇ, ਜਿਸ ਤਰ੍ਹਾਂ ਸੀਗੇ ਪਹਿਲਾਂ ਉਸ ਤਰ੍ਹਾਂ ਹੀ ਰੱਖਿਆ। 9 ਨਵੇਂ ਫੇਸ ਜਿਹੜੇ ਨੇ ਉਹ ਆਏ ਨੇ ਤੇ 3 ਜਣਿਆਂ ਨੂੰ ਡ੍ਰੌਪ ਵੀ ਕੀਤਾ ਗਿਆ ਜੀ। ਤੇ ਇੱਕ ਜਿਹੜੇ ਸਾਡੇ ਹਰਜੀਤ ਸਿੰਘ ਸੱਜਣ ਏਰੀਆ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਥੋੜਾ ਜਿਹਾ ਡਿਮੋਸ਼ਨ ਹੋਈ ਆ। ਖੈਰ ਕੈਬਨਿਟ ਦਾ ਰੈਂਕ ਮੇਰੇ ਖਿਆਲ 'ਚ ਤਾਂ ਮਿਨਿਸਟਰੀ, ਇਹ ਇੰਡੀਆ ਵਾਲੀ ਗੱਲ ਤੇ ਹੈ ਨਹੀਂ ਵੀ ਕਿਹੜੀ ਜ਼ਿਆਦਾ ਇੰਪੋਰਟੈਂਟ ਆ ਕਿਹੜੀ ਘੱਟ ਇੰਪੋਰਟੈਂਟ ਆ। ਵੇਖਿਆ ਜਾਵੇ ਤੇ ਸਾਰੀਆਂ ਹੀ ਮਿਨਿਸਟਰੀ, ਜਿਵੇਂ ਤੁਸੀਂ ਸੀਨੀਅਰਸ ਦੀ ਗੱਲ ਕੀਤੀ ਆ, ਉਂਝ ਜੇ ਵੇਖਣ ਨੂੰ ਕਹੀਏ ਤੇ ਸੀਨੀਅਰਸ ਦੀ ਮਿਨਿਸਟਰੀ ਕੋਈ ਕਹੂਗਾ ਇਹਦੇ ਵਿੱਚ ਕਿਹੜੀਆਂ ਕੋਈ ਪਾਵਰਸ ਨੇ, ਪਰ ਵੇਖਿਆ ਜਾਵੇ ਤੇ ਬਹੁਤ ਹੀ ਇੰਪੋਰਟੈਂਟ ਜਿਹੜੀ ਆ ਇਹ ਜੌਬ ਹੋਏਗੀ ਕਮਲ ਖਹਿਰਾ ਹੋਰਾਂ ਦੀ, ਜੇ ਉਹਨੂੰ ਠੀਕ ਤਰ੍ਹਾਂ ਉਹ ਕਰ ਪਾਉਂਦੇ ਆ। ਜਿਹੜਾ ਉਹਨਾਂ ਦਾ ਪਿਛਲਾ ਟਰਮ ਸੀਗੀ ਉਹਦੇ ਵਿੱਚ 2 ਗੱਲਾਂ ਬੜੀਆਂ ਅਹਿਮ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਸ਼ਾਇਦ ਉਹ ਟਰੂਡੋ ਸਾਹਿਬ ਦੀ ਨਜ਼ਰ 'ਚ ਹੋਣਗੀਆਂ। ਇੱਕ ਤਾਂ ਜਦੋਂ ਕੋਵਿਡ ਦਾ ਦੌਰ ਸੀਗਾ ਤੇ ਬੜੀ ਚਰਚਾ ਸੀ ਕਿ ਲੋਕ ਸਭ ਦੁਬਕ ਕੇ ਆਪੋ ਆਪਣੇ ਘਰਾਂ 'ਚ ਬਹਿ ਗਏ ਸੀਗੇ, ਤੇ ਉਹਨਾਂ ਨੇ ਐਜ ਏ ਹੈਲਥ ਵਰਕਰ, ਕਿਉਂਕਿ ਉਹ RN ਸੀਗੇ, ਉਹਨਾਂ ਨੇ ਆਪਣੇ ਮਤਲਬ ਘਰੋਂ ਬਾਹਰ ਨਿਕਲ ਕੇ ਵਲੰਟਰੀ ਤੌਰ ਤੇ ਆਪਣੀ ਜਿਹੜੀ ਡਿਊਟੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਹਦਾ ਬੜਾ ਅੱਛਾ ਮੈਸੇਜ ਜਿਹੜਾ ਗਿਆ ਨਾ ਸਿਰਫ ਆਪਣੀ ਕਮਿਊਨਿਟੀ 'ਚ, ਸਾਰੇ ਕੈਨੇਡੀਅਨ ਕਮਿਊਨਿਟੀ 'ਚ ਗਿਆ ਕਿ ਲੋਕ ਜਿਹੜੇ ਆ, ਪੰਜਾਬੀ ਲੋਕ ਖਾਸ ਕਰਕੇ ਜਾਂ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਚੰਗੇ ਕੰਮਾਂ ਲਈ ਅੱਗੇ ਨੇ, ਇਕੱਲੇ ਲੰਗਰ ਹੀ ਨਹੀਂ ਲਾਉਂਦੇ, ਹੋਰ ਕੰਮਾਂ ਲਈ ਵੀ ਜਦੋਂ ਆਫਤ ਕੋਈ ਆਉਂਦੀ ਆ ਤੇ ਉਹਦੇ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਆ। ਸ਼ਾਇਦ ਇਹ ਗੱਲ ਉਹਨਾਂ ਦੇ ਪੱਖ ਵਿੱਚ ਗਈ ਹੋਏਗੀ। ਇੱਕ ਮਾੜੀ ਗੱਲ ਵੀ ਉਹਨਾਂ ਨਾਲ ਜੁੜੀ ਸੀ ਕਿ ਕੋਵਿਡ ਦੇ ਦੌਰਾਨ ਇੱਕ ਮਜਬੂਰੀ ਉਹਨਾਂ ਦੀ ਬਣ ਗਈ, ਉਹਨਾਂ ਨੂੰ ਟਰੈਵਲ ਕਰਨਾ ਪਿਆ ਸੀ, ਜਿਹਦੇ ਕਰਕੇ ਜਿਹੜੇ ਉਹ ਪਾਰਲੀਮੈਂਟਰੀ ਸੈਕਟਰੀ ਸੀ ਉਹਦੇ ਅਹੁਦੇ ਤੋਂ ਉਹਨਾਂ ਨੂੰ ਹੱਥ ਧੋਣੇ ਪਏ ਸੀਗੇ। ਇਹਦੇ ਬਾਰੇ ਤੁਸੀਂ ਕੋਈ ਗੱਲ ਹੋਰ ਕਰਨੀ ਚਾਹੋਗੇ? ਕਮਲ ਖਹਿਰਾ ਬਾਰੇ ਬਹੁਤ ਚੰਗੀ ਗੱਲ ਹੈ, ਅਸੀਂ ਮੁਬਾਰਕ ਦਿੰਦੇ ਹਾਂ ਆਪਣੇ ਇਸ ਪਲੇਟਫਾਰਮ ਤੋਂ। ਆਪਾਂ ਸਾਰੀ ਦੀ ਸਾਰੀ ਕੈਬਨਿਟ ਨੂੰ ਨਵੀਂ ਨੂੰ ਉਮੀਦ ਕਰਾਂਗੇ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਆ ਉਹ ਕੰਮ ਕਰਨਗੇ, ਜਿਹੜੇ ਕੰਮ ਲਈ ਉਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ। ਪ੍ਰੋਫੈਸਰ ਸਾਹਿਬ, ਇੱਕ ਮੈਨੂੰ ਚੱਗਰ ਮੈਡਮ ਦਾ ਨਹੀਂ ਸਮਝ ਲੱਗੀ ਕਿ ਉਹ ਬੜੇ ਇੰਟੈਲੀਜੈਂਟ ਔਰ ਬੜਾ ਵਧੀਆ ਕਿਹਾ ਜਾਂਦਾ ਸੀਗਾ, ਉਹਨਾਂ ਨੂੰ ਡ੍ਰੌਪ ਕਰਨ ਦਾ ਕੀ ਕਾਰਨ ਤੁਹਾਡੀ ਨਜ਼ਰ 'ਚ ਕੋਈ ਹੋਵੇ? ਤੇ ਇੱਕ ਹੋਰ ਸੱਜਣ ਸੀਗੇ ਜਿਹੜੇ এনवायरमेंटਲੀ ਬੜੇ ਮਸ਼ਹੂਰ ਸੀ ਤੇ ਉਹਨਾਂ ਨੂੰ ਬੜਾ ਇੰਪੋਰਟੈਂਸ ਦਿੱਤੀ ਜਾਂਦੀ ਸੀ, ਸਟੀਵਨ ਗੁਲਬਰਟ, ਉਹਨਾਂ ਨੂੰ ਵੀ ਡ੍ਰੌਪ ਕਰ ਦਿੱਤਾ ਗਿਆ। ਇਹ 2 ਜਿਹੜੇ ਡ੍ਰੌਪ ਹੋਏ ਇਹਦੇ ਪਿੱਛੇ ਕੀ ਕਾਰਨ ਹੈ? ਆਪਾਂ ਸੱਜਣ ਹੋਰਾਂ ਦੀ ਗੱਲ ਥੋੜੀ ਜਿਹੀ ਹੋਰ ਕਰਾਂਗੇ ਅੱਗੇ ਚੱਲ ਕੇ। ਇਹਦੇ ਪਿੱਛੇ ਜਿਹੜਾ ਹੁਣ ਉਹਨਾਂ ਨੇ ਨਵਾਂ এনवायरमेंट ਮੰਤਰੀ ਲਾਇਆ ਜੀ, ਹਾਂਜੀ, ਉਹ ਵੀ এনवायरमेंट ਐਕਟਿਵਿਸਟ ਆ, ਤੇ ਇਸ ਕਰਕੇ ਮੈਨੂੰ ਲੱਗਦਾ ਇਹ ਆ ਵੀ ਉਹ ਸ਼ਾਇਦ ਕੋਈ ਘਾਟੇ ਵਾਲੀ ਗੱਲ ਨਹੀਂ ਹੈ ਕਿ ਉਹਨਾਂ ਨੇ ਇੱਕ এনवायरमेंटਲਿਸਟ ਨੂੰ ਬਦਲ ਕੇ ਇੱਕ ਹੋਰ এনवायरमेंटਲਿਸਟ ਲਿਆਂਦਾ। ਹੋ ਸਕਦਾ ਉਹ ਪਹਿਲੇ এনवायरमेंटਲਿਸਟ ਨਾਲੋਂ ਬੈਟਰ এনवायरमेंटਲਿਸਟ ਹੋਵੇ। ਵੈਸੇ ਪ੍ਰੋਫੈਸਰ ਸਾਹਿਬ ਇਹ ਵੀ ਇੱਕ ਵਧੀਆ ਚੀਜ਼ ਹੈ ਕਿ ਇੱਕ ਵਿਅਕਤੀ ਨੂੰ ਤੁਸੀਂ 5 ਸਾਲ ਜਾਂ 6 ਸਾਲ ਮੌਕਾ ਦਿੱਤਾ, 4 ਸਾਲ 5 ਸਾਲ ਮੌਕਾ ਦਿੱਤਾ, ਜਾਂ ਉਸ ਤੋਂ ਬਾਅਦ ਉਹਨੇ ਆਪਣੀ ਪੂਰੀ ਐਫਰਟ ਲਾ ਕੇ ਕੰਮ ਕੀਤਾ, ਤੇ ਉਸ ਤੋਂ ਬਿਹਤਰ ਜੇ ਕੋਈ ਬਦਲ ਆਉਂਦਾ ਹੈ ਤੇ ਉਹ ਕਰ ਲੈਣ 'ਚ ਕੋਈ ਹਰਜ ਨਹੀਂ। ਔਰ ਇਹ ਮੇਰੇ ਖਿਆਲ ਚੰਗੀ ਸੋਚ ਵੀ ਆ ਔਰ ਚੰਗੀ ਗੱਲ ਹੈ, ਉਹਦੇ ਰਿਜ਼ਲਟ ਵੀ ਚੰਗੇ ਆਉਣਗੇ। ਮੈਨੂੰ ਇਹੀ ਲੱਗਦਾ ਜੀ ਕਿ ਉਹਦਾ ਕਾਰਨ ਇਹੀ ਆ ਕਿ ਉਹਦੇ ਨਾਲੋਂ ਬੈਟਰ ਉਹਨਾਂ ਨੇ ਕੋਈ ਚੋਣ ਕੀਤੀ ਲੱਗਦੀ ਹੈਗੀ ਆ। ਅੱਛਾ ਜੀ। ਤੇ ਬਰਦੀਸ਼ ਚੱਗਰ ਬਾਰੇ ਕੋਈ ਬਹੁਤਾ ਠੋਸ ਕਾਰਨ ਜਿਹੜਾ ਹੈਗਾ ਉਹ ਨਹੀਂ ਲੱਭਿਆ ਜਾ ਸਕਿਆ। ਉਹਦੇ 'ਚ ਇਹੀ ਕਿਹਾ ਜਾ ਸਕਦਾ ਕਿ ਬਈ ਜਿਵੇਂ ਤੁਸੀਂ ਕਿਹਾ ਵੀ ਅਸੀਂ ਤਾਂ ਨਹੀਂ ਯਕੀਨ ਕਰਦੇ ਕਿ ਬਈ ਕਿਸੇ ਖਾਸ ਕਮਿਊਨਿਟੀ ਦੇ, ਕਿਸੇ ਖਾਸ ਭਾਈਚਾਰੇ ਦੇ, ਕਿਸੇ ਖਾਸ ਬੈਕਗਰਾਊਂਡ ਵਾਲੇ ਦੇਸ਼ 'ਚੋਂ ਆਏ ਹੋਏ ਲੋਕਾਂ ਨੂੰ, ਪਰ ਮੈਨੂੰ ਲੱਗਦਾ ਇਹ ਹੈ ਵੀ ਸ਼ਾਇਦ ਕਿਉਂਕਿ ਇੱਥੋਂ ਬਰੈਂਪਟਨ ਤੋਂ ਇੱਕ ਲੇਡੀ ਜਿਹੜੀ ਹੈਗੀ ਆ ਉਹ ਲਈ ਆ ਤੇ ਇੱਕ ਲੇਡੀ ਨੂੰ ਡਰਾਪ ਕਰਤਾ ਗਿਆ ਹੋਵੇ, ਇਸ ਕਿਸਮ ਦੀ ਥਿੰਕਿੰਗ ਵੀ ਹੋ ਸਕਦੀ ਆ, ਪਰ ਕੋਈ ਠੋਸ ਕਾਰਨ ਜਿਹੜਾ ਉਹ ਸਾਡੇ ਕੋਲ ਨਹੀਂ ਹੈ। ਤੇ ਬਾਕੀ ਮੈਨੂੰ ਜੇ ਥੋੜਾ ਜਿਹਾ ਯਾਦ ਆਉਂਦਾ ਆ ਕਾਲੋ ਸਾਹਿਬ, ਤਾਂ ਮੈਂ ਤੁਹਾਨੂੰ ਯਾਦ ਕਰਾਵਾਂ, ਇੱਕ ਵੀ ਚੈਰਿਟੀ ਦਾ ਮਸਲਾ ਆਇਆ ਸੀਗਾ। ਵੀ ਚੈਰਿਟੀ ਦੇ ਮਸਲੇ ਦਾ ਜਿੱਦਾਂ ਕ੍ਰਿਟਿਸਿਜ਼ਮ ਹੋਇਆ ਸੀ ਬੜਾ, ਹਾਲਾਂਕਿ ਉਹ
ਜਸਟਿਨ ਟਰੂਡੋ ਹੋਰਾਂ ਦੇ ਪਰਿਵਾਰਕ ਮੈਂਬਰਾਂ ਦਾ ਉਹਨਾਂ 'ਚ ਦਖਲ ਲੱਗ ਰਿਹਾ ਸੀਗਾ, ਪਰ ਉਹਦੇ ਵਿੱਚ ਜਿਹੜਾ ਕੁਝ ਹੋਇਆ ਸੀ ਉਹਦੇ ਵਿੱਚ ਇਹ ਜਿਹੜੇ ਮੈਡਮ ਚੱਗੜ ਨੇ ਉਹਨਾਂ ਦਾ ਨਾਂ ਵੀ ਬੋਲਦਾ ਸੀਗਾ ਕਿ ਕੈਬਨਿਟ ਮਿਨਿਸਟਰ ਹੁੰਦੇ। ਮੈਨੂੰ ਨਹੀਂ ਪਤਾ ਕਿ ਉਹਨਾਂ ਕੋਲ ਕਿਹੜਾ ਅਹਿਮ ਅਹੁਦਾ ਸੀਗਾ, ਉਹਨਾਂ ਦਾ ਰੋਲ ਕਿਤੇ ਨਾ ਕਿਤੇ ਸੀਗਾ ਜਿਹਨੂੰ ਲੈ ਕੇ ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋਇਆ ਸੀਗਾ। ਸ਼ਾਇਦ ਉਸ ਚੀਜ਼ ਨੂੰ ਸਾਹਮਣੇ ਰੱਖਦੇ ਹੋਇਆ ਦੁਬਾਰਾ ਉਹਨਾਂ ਨੇ ਇਸ ਤਰ੍ਹਾਂ ਕੀਤਾ ਹੋਵੇ ਕਿ ਉਹਨਾਂ ਨੂੰ ਥੋੜ੍ਹੀ ਦੇਰ ਜਾਂ ਲਾਂਭੇ ਰੱਖ ਲਿਆ ਜਾਵੇ। ਵੈਸੇ ਉਹਨਾਂ ਨੂੰ ਕਿਹਾ ਜਾਂਦਾ ਕਿ ਬੜੇ ਇੰਟੈਲੀਜੈਂਟ ਨੇ, ਉਹ ਇੱਥੋਂ ਦੇ ਪੜ੍ਹੇ ਨੇ, ਸਭ ਕੁਝ ਉਹ ਜਾਣਦੇ ਨੇ ਸਿਸਟਮ ਬਾਰੇ, ਪਰ ਉਹਨਾਂ ਦਾ ਨਾਂ ਵੀ ਚੈਰਿਟੀ ਦੇ ਵਿੱਚ ਕਿਸੇ ਤਰ੍ਹਾਂ ਘਸੀਟਿਆ ਗਿਆ ਸੀਗਾ। ਇਹ ਮੈਨੂੰ ਯਾਦ ਹੈ, ਕੁਝ ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਕੋਈ ਫੰਡ ਵਗੈਰਾ ਰਿਲੀਜ਼ ਕਰਨ 'ਚ ਉਹਨਾਂ ਦਾ ਕੋਈ ਰੋਲ ਸੀਗਾ। ਇਹ ਗਿੱਲ ਸਾਹਿਬ ਸੰਭਾਵਨਾ ਹੋ ਸਕਦੀ ਆ, ਕਿਉਂਕਿ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਜਾਂ ਜਿਨ੍ਹਾਂ ਨੂੰ ਡਰਾਪ ਕੀਤਾ ਗਿਆ ਉਹਦੇ ਕੋਈ ਨਾ ਕੋਈ ਕਾਰਨ ਹੁੰਦੇ ਆ, ਤਾਂ ਹੀ ਇਹ ਤਬਦੀਲੀ ਜਿਹੜੀ ਆ ਉਹ ਕੀਤੀ ਜਾਂਦੀ ਆ। ਬਾਕੀ ਜਿਹੜੀ ਭਾਈਚਾਰੇ ਵਾਲੀ ਗੱਲ ਚੱਲਦੀ ਸੀਗੀ ਨਾ, ਉਹਦੇ 'ਚ ਮੈਂ ਨਿੱਜੀ ਤੌਰ ਤੇ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਕੈਨੇਡੀਅਨ ਆ, ਸਾਨੂੰ ਇਹ ਦੇਖਣਾ ਚਾਹੀਦਾ ਆ ਕਿ ਕਿਹੜਾ ਵਿਅਕਤੀ ਜਿਹੜਾ ਕਿਹੜਾ ਪਾਰਲੀਮੈਂਟ ਦਾ ਮੈਂਬਰ ਕੰਪੀਟੈਂਟ ਆ, ਕਿਹੜਾ ਆਪਣੇ ਮਹਿਕਮੇ ਨੂੰ ਵਧੀਆ ਚਲਾ ਸਕਦਾ ਆ, ਪਹਿਲ ਇਸ ਗੱਲ ਨੂੰ ਦਿੱਤੀ ਜਾਣੀ ਚਾਹੀਦੀ ਆ। ਪਰੰਤੂ ਇਹਨੂੰ ਤੁਸੀਂ ਬਦਕਿਸਮਤੀ ਕਹਿ ਲਓ ਜਾਂ ਮਤਲਬ ਇਹ ਸਾਰੇ ਜਿਹੜੇ ਆਪਣੇ ਸਾਡੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਦੇ ਲੀਡਰਾਂ ਦਾ ਵੀ ਇਹ ਸਮਝ ਲਓ ਵੀ ਇੱਕ ਨਜ਼ਰੀਆ ਹੈਗਾ ਕਿ ਉਹਨਾਂ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਜ਼ ਨੂੰ ਜਿਹੜਾ ਉਹ ਰਿਪਰੈਜ਼ੈਂਟੇਸ਼ਨ ਦੇਣੀ ਆ। ਇਹ ਇੱਥੇ ਇੰਨੇ ਸਿਆਣੇ ਅਜੇ ਗਿੱਲ ਸਾਹਿਬ ਨਹੀਂ ਸਾਡੇ ਲੋਕ ਹੋਏ, ਜਾਂ ਉਹਨਾਂ ਨੂੰ ਹੋਣ ਨਹੀਂ ਦਿੱਤਾ ਗਿਆ, ਜਾਂ ਇਹ ਪਹੁੰਚ ਨਹੀਂ ਕੀਤੀ ਗਈ ਕਿ ਹੁਣ ਇਹ ਆਮ ਤੌਰ ਤੇ ਕੰਸੀਡਰ ਕੀਤਾ ਜਾਂਦਾ, ਜਿੱਦਾਂ ਇੰਡੀਆ ਦੇ ਵਿੱਚ ਕੀਤਾ ਜਾਂਦਾ ਨਾ ਕਿ ਇਸ ਇਲਾਕੇ ਦੇ ਵਿੱਚ ਫਲਾਣੇ ਭਾਈਚਾਰੇ ਦੀਆਂ ਵੋਟਾਂ ਜ਼ਿਆਦਾ ਆ, ਇਸ ਦੇ ਵਿੱਚ ਬੈਕਵਰਡ ਦੀਆਂ ਜ਼ਿਆਦਾ ਆ, ਇਸ 'ਚ ਅਨੁਸੂਚਿਤ ਜਾਤੀ ਦੀਆਂ ਜ਼ਿਆਦਾ ਆ, ਤੇ ਉੱਥੇ ਤਾਂ ਚਲੋ ਹਲਕੇ ਵੀ ਰਿਜ਼ਰਵ ਕੀਤੇ ਆ, ਪਰ ਫਿਰ ਵੀ ਵੇਖਿਆ ਜਾਂਦਾ ਆ ਕਿ ਇੱਥੇ ਵੀ ਇਹੀ ਕੰਸੀਡਰੇਸ਼ਨ ਹੁੰਦੀ ਹੈਗੀ ਆ ਕਿ ਇਹ ਇਲਾਕਾ ਜਿਹੜਾ ਹੈਗਾ ਇਹਦੇ 'ਚ ਫਲਾਣੀ ਕਮਿਊਨਿਟੀ ਦੀ ਜ਼ਿਆਦਾ ਗਿਣਤੀ ਹੈਗੀ ਆ। ਔਰ ਇਹ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਜਿਹੜੇ ਬਾਹਰਲੇ ਇਮੀਗ੍ਰੈਂਟ ਆਉਂਦੇ ਆ ਉਹਨਾਂ ਦੇ ਵਿੱਚ ਇਹ ਇੱਕ ਵੱਖਰਾ ਵਿਸ਼ਾ ਆ ਵਿਚਾਰ ਕਰਨ ਵਾਲਾ ਕਿ ਉਹ ਕਲਸਟਰਸ ਦੇ ਵਿੱਚ ਰਹਿੰਦੇ ਆ, ਧੋੜੀਆਂ ਦੇ ਵਿੱਚ ਰਹਿੰਦੇ ਆ, ਆਪਣੀ ਆਪਣੀ ਕਮਿਊਨਿਟੀ ਦੇ ਵਿੱਚ ਰਹਿੰਦੇ ਆ। ਇਹਦੇ ਕਾਰਨ ਕੀ ਨੇ ਇਹ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਇੱਕ ਫੈਕਟਰ ਹੈਗਾ ਜਿਹਦੇ ਵਿੱਚ, ਕਿਉਂਕਿ ਪੰਜਾਬੀ ਕਮਿਊਨਿਟੀ ਦੇ ਲੋਕ ਵੀ ਇਸ ਗੱਲ ਲਈ ਬੜੇ ਉਤਸੁਕ ਰਹਿੰਦੇ ਆ ਜਾਣਨ ਲਈ ਵੀ ਕਿਹੜੇ ਕਿਹੜੇ ਪੰਜਾਬੀ ਜਿਹੜੇ ਆ ਉਹ ਅਰਕਾਂ ਵਿੱਚ ਲਏ ਗਏ ਹੈਗੇ ਆ। ਉਂਝ ਜਿਹੜੀ ਸੋਚ ਆ ਉਹ ਤਾਂ ਇਹੀ ਦਰੁਸਤ ਹੈਗੀ ਆ ਕਿ ਤੁਸੀਂ ਕੰਪੀਟੈਂਟ ਬੰਦਾ ਦੇਖੋ, ਭਾਈਚਾਰਾ ਨਾ ਦੇਖੋ, ਪਰ ਇਹ ਗੱਲਾਂ ਕਿਉਂਕਿ ਚੱਲਦੀਆਂ ਆ ਇਸ ਕਰਕੇ ਸਾਨੂੰ ਵੀ ਇਹਦੇ ਬਾਰੇ ਗੱਲ ਕਰਨੀ ਪੈ ਜਾਂਦੀ ਹੈ। ਬਿਲਕੁਲ ਜੀ। ਅੱਛਾ, ਹੁਣ ਥੋੜੀ ਜਿਹੀ ਹਰਜੀਤ ਸਿੰਘ ਸੱਜਣ ਵਾਲੇ ਗੱਲ ਕਰ ਲਈਏ। ਹਰਜੀਤ ਸਿੰਘ ਸੱਜਣ ਨਹੀਂ ਬੜੇ ਭਲੇ ਪੁਰਸ਼ ਨੇ, ਪਰ ਕਿਹਾ ਇਹ ਜਾ ਰਿਹਾ ਸੀਗਾ ਕਿ ਉਹ ਜਿਹੜੀਆਂ ਡਿਫੈਂਸ ਸਰਵਿਸਿਜ਼ ਨੇ ਉਹਦੇ ਵਿੱਚ ਜਿਹੜੇ ਸੈਕਸੁਅਲ ਹਰਾਸਮੈਂਟ ਦੇ ਕੇਸਿਸ ਸੀਗੇ ਉਹਨਾਂ ਨੂੰ ਪ੍ਰੋਪਰਲੀ ਹੈਂਡਲ ਨਹੀਂ ਸੀ ਕਰ ਸਕੇ। ਕੰਜ਼ਰਵੇਟਿਵ ਪਾਰਟੀ ਨੇ ਇਸ ਤੋਂ ਕਹਿਤਾ ਸੀਗਾ, ਕਾਲ ਦੇਤੀ ਸੀ ਓਪਨ ਕਿ ਉਹਨਾਂ ਦੀ ਕੰਸਟੀਚੁਐਂਸੀ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਐਰਕੀ ਨਾ ਜਿਤਾਓ, ਪਰ ਲੋਕਾਂ ਨੇ ਉਹਨਾਂ 'ਤੇ ਵਿਸ਼ਵਾਸ ਕੀਤਾ। ਪਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਜਸਟਿਨ ਟਰੂਡੋ ਹੋਰਾਂ ਨੇ ਇਹ ਦੇਖ ਕੇ ਕਿ ਮਿਨੋਰਟੀ ਗੌਰਮੈਂਟ ਹੈ ਅਤੇ ਕ੍ਰਿਟਿਸਿਜ਼ਮ ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਹੁੰਦਾ ਰਿਹਾ। ਇਹਦਾ ਮਤਲਬ ਇਹ ਨਹੀਂ ਆ ਕਿ ਉਹਨਾਂ ਦੀ ਅਹਿਮੀਅਤ ਕੋਈ ਘਟੀ ਆ। ਮੈਂ ਡਿਮੋਸ਼ਨ ਨਹੀਂ ਕਹਿੰਦਾ। ਜਦੋਂ ਉਹਨਾਂ ਦੇ ਕੈਬਨਿਟ ਦੇ ਸਾਥੀ ਨੇ, ਮੇਰੀ ਨਜ਼ਰ 'ਚ ਸਾਰੇ ਮਹਿਕਮੇ ਜਿਹੜੇ ਹੁੰਦੇ ਆ ਉਹ ਬਰਾਬਰ ਨੇ। ਭਾਰਤ ਵਿੱਚ ਜ਼ਰੂਰ ਵੇਖਿਆ ਜਾਂਦਾ ਜਿਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਮਲਾਈਦਾਰ ਮਹਿਕਮਾ ਜੀ, ਕਿ ਕਿਹੜੇ ਮਹਿਕਮੇ 'ਚ ਕਰਪਸ਼ਨ ਜ਼ਿਆਦਾ ਹੁੰਦੀ ਆ, ਕਿਹੜੇ ਮਹਿਕਮੇ 'ਚ। ਈਵਨ ਉੱਥੇ ਤੇ ਸਰ ਜਿਹੜੇ ਕੋਈ ਲੋਕ ਨੌਕਰੀ ਕਰਦੇ ਆ ਨਾ, ਮੇਰਾ ਇੱਕ ਦੋਸਤ ਦਾ ਬੇਟਾ ਸੀ, ਭਾਵੇਂ ਥਾਪਰ ਕਾਲਜ ਤੋਂ ਪੜ੍ਹਿਆ ਸੀ, ਇੰਟੈਲੀਜੈਂਟ ਬੱਚਾ ਸੀਗਾ, ਥੋੜ੍ਹੀ ਦੇਰ ਉਹਨੂੰ ਪ੍ਰਾਈਵੇਟ ਕਿਤੇ ਜੋਬ ਮਿਲ ਗਈ ਸੀ ਕਾਲਜ ਤੋਂ। ਤੁਹਾਨੂੰ ਪਤਾ ਜਿਹੜੇ ਅੱਛੇ ਕਾਲਜਸ ਉਹਨਾਂ ਤੋਂ ਹੋ ਜਾਂਦੀ ਆ। ਉਸ ਤੋਂ ਬਾਅਦ ਉਹਦੀ 2 ਜਗ੍ਹਾ ਸਿਲੈਕਸ਼ਨ ਹੋਈ, ਇੱਕ PWD 'ਚ B&R ਜਿਹੜਾ ਮੇਰਾ ਮਹਿਕਮਾ ਆ, ਅਤੇ ਇੱਕ ਹੋਈ ਉਹਦੀ ਜਿਹੜਾ ਪੋਲਿਊਸ਼ਨ ਬੋਰਡ ਹੈ। ਅਤੇ ਉਹ ਸੱਜਣ ਸਾਰਿਆਂ ਦੋਸਤਾਂ ਨਾਲ ਸਲਾਹ ਕਰਦਾ ਫਿਰਦਾ ਸੀਗਾ ਕਿ ਬੱਚੇ ਨੂੰ ਕਿਹੜੇ ਪਾਸੇ ਪਾਇਆ ਜਾਵੇ, ਯਾਨੀ ਕਿ ਕਮਾਈ ਕਿੱਥੇ ਵੱਧ ਹੋ ਸਕਦੀ ਆ। PWD ਮਹਿਕਮੇ ਕੋ ਕੰਮ ਨਹੀਂ ਹੈਗੇ। ਜਦੋਂ ਉਹਦੇ ਨਾਲ ਗੱਲ ਕੀਤੀ, PWD ਮਹਿਕਮਾ ਚੰਗਾ ਆ ਕਿਉਂਕਿ ਸਾਡਾ ਮਹਿਕਮਾ ਆ। ਅਸੀਂ ਕਹਿੰਦੇ ਸੀ ਕਿ ਪੈਨਸ਼ਨੇਬਲ ਜੋਬ ਹੈ। ਖੈਰ ਪੈਨਸ਼ਨ ਤਾਂ ਹੁਣ ਨਹੀਂ ਲੱਗਦੀ 2004 ਤੋਂ ਬਾਅਦ ਸਰਕਾਰੀ ਮਹਿਕਮਿਆਂ 'ਚ ਵੀ, ਜਿਹੜੇ ਪੱਕੇ ਮਹਿਕਮੇ ਆ। ਪਰ ਲੋਕ ਜੇ ਕਿਤੇ ਮੌਕਾ ਮਿਲੇ ਤਾਂ ਇੰਡੀਆ 'ਚ ਇੱਕ ਹਵਾ ਆ ਜਾਂ ਕਿਸ ਤਰ੍ਹਾਂ ਦੀ ਸੋਚ ਸਾਡੀ ਬਣ ਚੁੱਕੀ ਆ ਕਿ ਉੱਥੇ ਦੇਖਦੇ ਆ ਕਿ
ਕਿੱਥੇ ਜ਼ਿਆਦਾ ਪੈਸਾ ਬਣ ਸਕਦਾ। ਈਵਨ ਰਿਸ਼ਤੇ ਨਾਤੇ ਜੋੜਨ ਵੇਲੇ ਵੀ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਨੇ। ਠੀਕ ਹੈ, ਆਰਥਿਕਤਾ ਹਰ ਕੋਈ ਵੇਖਦਾ ਆ ਕਿ ਕੌਣ ਸਾਡੇ ਚਲੋ ਪਰਿਵਾਰ ਨਾਲ ਮੈਚ ਕਰਦਾ ਆ, ਪਰ ਕਈ ਵਾਰ ਇਹ ਵੀ ਕਹਿੰਦੇ ਹੁੰਦੇ ਆ ਨਾ, ਤੇ ਜਦੋਂ ਇਹ ਹੁੰਦੇ ਆ ਰਿਸ਼ਤੇ ਤੇ ਵਿਚੋਲੇ ਜਾ ਕੇ ਕਹਿੰਦੇ ਆ ਜੀ ਤਨਖਾਹ ਤੇ 35,000 ਮਿਲਦੀ ਆ ਪਰ 60-70,000 ਉੱਪਰੋਂ ਵੀ ਬਣ ਜਾਂਦਾ। ਉੱਥੇ ਇਦਾਂ ਦਾ ਮਾਹੌਲ ਆ। ਨਹੀਂ ਦੇਖੋ ਇਦਾਂ ਆ ਕਿ ਇਹ ਗੱਲ ਤੁਹਾਡੀ ਠੀਕ ਆ ਕਿ ਜਿਹੜੇ ਕੈਬਨਿਟ ਮਿਨਿਸਟਰ ਆ ਉਹ ਸਾਰੇ ਦੇ ਸਾਰੇ ਬਰਾਬਰ ਆ, ਪਰ ਫਿਰ ਵੀ ਸਾਈਕੋਲੋਜੀਕਲੀ ਇੱਕ ਡਿਫੈਂਸ ਦਾ ਜਿਹੜਾ, ਹਾਲਾਂਕਿ ਕੈਨੇਡਾ ਦਾ ਡਿਫੈਂਸ ਕੋਈ ਬਾਰਡਰ ਦੇ ਇੱਥੇ ਤਾਂ ਕੋਈ ਇੰਡੀਆ ਵਰਗਾ ਡਿਫੈਂਸ ਮਿਨਿਸਟਰ ਤਾਂ ਹੈ ਨਹੀਂ, ਪਰ ਫਿਰ ਵੀ ਇਹ ਮਤਲਬ ਸਮਝਿਆ ਜਾਂਦਾ ਸੀਗਾ ਕਿ ਉਹਨਾਂ ਕੋਲੇ ਇੱਕ ਉਹਨਾਂ ਨੂੰ ਤੇ ਬੜਾ ਸਤਿਕਾਰ ਕੀਤਾ ਗਿਆ ਕਿ ਉਹਨਾਂ ਨੂੰ ਡਿਫੈਂਸ ਦਾ ਮਹਿਕਮਾ ਦਿੱਤਾ ਗਿਆ ਆ। ਇਹ ਮੈਂ ਨਹੀਂ ਕਹਿੰਦਾ, ਇਹ ਬਹੁਤੇ ਲੋਕਾਂ ਦੀ ਆਬਜ਼ਰਵੇਸ਼ਨ ਹੈਗੀ ਆ, ਆਪਣੇ ਪੱਤਰਕਾਰ ਭਾਈਚਾਰੇ ਦੀ ਵੀ ਆ ਕਿ ਉਹਨਾਂ ਦੀ ਸਮ ਸਾਰਟ ਆਫ ਡਿਮੋਸ਼ਨ ਹੋਈ ਆ। ਸੋ ਇਹ ਗੱਲਾਂ ਜਿਹੜੀਆਂ ਤੁਹਾਡੀਆਂ ਬਿਲਕੁਲ ਠੀਕ ਨਹੀਂ ਜੀ। ਹੈਡਲਾਈਨ ਇਹ ਲੱਗੀ ਆ, ਮੈਂ ਸਾਰੇ ਵੇਖ ਰਿਹਾ ਸੀਗਾ ਵੱਡੇ ਪੇਪਰਾਂ ਦੀ ਹੈਡਲਾਈਨ ਡਿਮੋਸ਼ਨ ਦੇ ਨਾਂ ਨਾਲ ਹੀ ਲੱਗੀ ਹੋਈ ਹੈ ਜੀ, ਕਿਉਂਕਿ ਡਿਫੈਂਸ ਦੇ ਮਹਿਕਮੇ ਨੂੰ ਸਾਰੀ ਦੁਨੀਆ ਜਾਣਦੀ ਆ। ਜਿਹੜਾ ਉਹਨਾਂ ਕੋਲ ਇੰਟਰਨੈਸ਼ਨਲ ਡਿਵੈਲਪਮੈਂਟ ਦਾ ਉਹਦਾ ਬਹੁਤਿਆਂ ਨੂੰ ਪਤਾ ਹੀ ਨਹੀਂਗਾ ਵੀ ਇਹ ਮਹਿਕਮਾ ਕੀ ਹੈਗਾ, ਮਤਲਬ ਇਹਦੇ 'ਚ ਕਿਹੜੀ ਕਿਹੜੀ ਚੀਜ਼ ਆਉਂਦੀ ਹੈਗੀ ਆ। ਬਾਕੀ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਮਹਿਕਮਾ ਕੋਈ ਵੀ ਜਿਹੜਾ ਹੈਗਾ ਉਹ ਕੋਈ ਇਦਾਂ ਨਹੀਂ ਹੁੰਦਾ ਹੈਗਾ ਕਿ ਵੀ ਉਹ ਚੰਗਾ ਆ ਜਾਂ ਮਾੜਾ ਆ, ਇਹ ਬੰਦੇ ਦੇ ਚਲਾਉਣ ਵਾਲੇ ਤੇ ਨਿਰਭਰ ਕਰਦਾ। ਤੁਹਾਨੂੰ ਯਾਦ ਹੋਣਾ ਕਿ ਭਾਰਤ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਮਹਾਨਤਾ ਆ ਉਹ ਕਦੋਂ ਪਤਾ ਲੱਗੀ ਸੀਗੀ? ਹਾਂਜੀ ਬਿਲਕੁਲ, ਸੈਸ਼ਨ ਸਾਹਿਬ ਦੇ ਵੇਲੇ ਲੱਗੀ ਸੀ ਜੀ, ਜਦੋਂ TN ਸੈਸ਼ਨ ਇਲੈਕਸ਼ਨ ਕਮਿਸ਼ਨਰ ਬਣੇ ਸੀਗੇ ਤੇ ਉਹਨਾਂ ਨੇ ਫਿਰ ਦੱਸਿਆ ਸੀਗਾ ਵੀ ਇਲੈਕਸ਼ਨ ਕਮਿਸ਼ਨ ਜਿਹੜਾ, ਔਰ ਤੁਹਾਨੂੰ ਪਤਾ ਵੀ ਫਿਰ ਇਲੈਕਸ਼ਨ ਕਮਿਸ਼ਨ ਤੋਂ ਅੱਜ ਤੱਕ ਵੀ ਜਿਹੜਾ ਉਹ ਕਾਫੀ ਉਹਦਾ ਡਰ ਬਣਿਆ ਰਿਹਾ ਹੈਗਾ। ਬਾਅਦ ਵਾਲੇ ਇਲੈਕਸ਼ਨ ਕਮਿਸ਼ਨਰ ਉਸ ਲਾਈਨ ਤੇ ਚੱਲੇ ਜਾਂ ਨਹੀਂ ਚੱਲੇ ਵੱਖਰੀ ਗੱਲ ਆ। ਸੋ ਮੇਰਾ ਕਹਿਣ ਦਾ ਮਤਲਬ ਇਹ ਆ, ਤੁਸੀਂ ਇਹ ਠੀਕ ਕਿਹਾ ਕਿ ਜਿੱਦਾਂ ਕਮਲ ਖਹਿਰਾ ਨੂੰ ਮਿਲਿਆ ਹੈਗਾ ਸੀਨੀਅਰਸ ਦਾ ਮਹਿਕਮਾ, ਤੇ ਵੇਖਣ ਵਾਲੇ ਨੂੰ ਤਾਂ ਇਦਾਂ ਲੱਗੂਗਾ ਵੀ ਇਹ ਕੀ ਮਹਿਕਮਾ ਹੋਇਆ, ਪਰੰਤੂ ਇਹ ਬੜਾ ਮਹੱਤਵਪੂਰਨ ਮਹਿਕਮਾ ਆ। ਇਹਦਾ ਦੇਸ਼ ਦੇ ਬਹੁਗਿਣਤੀ ਨਾਗਰਿਕ, ਮੇਰਾ ਖਿਆਲ ਹੈ ਇਸ ਵੇਲੇ ਕੋਈ 60-65% ਦੇ ਕਰੀਬ ਜਿਹੜੀ ਆ ਇਹਨਾਂ ਦੀ ਗਿਣਤੀ ਹੈਗੀ ਆ, ਤੇ ਇਹ ਦੇਸ਼ ਦੀ ਇੱਕ ਬਹੁਤ ਵੱਡੀ ਦੌਲਤ ਆ। ਇਹਦੇ ਲਈ ਉਹਨਾਂ ਨੂੰ ਚੁਣਿਆ ਗਿਆ ਔਰ ਉਹਨਾਂ ਦੀ ਬੈਕਗ੍ਰਾਉਂਡ ਨੂੰ ਵੇਖ ਕੇ ਚੁਣਿਆ ਗਿਆ। ਜਿਹੜਾ ਕੰਮ ਉਹਨਾਂ ਨੇ ਕੋਵਿਡ ਦੇ ਦੌਰਾਨ ਕੀਤਾ, ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਗਏ ਔਰ ਉਹਨਾਂ ਨੇ ਇਹ ਜ਼ੋਖਮ ਉਠਾਇਆ ਕਿ ਉਹਨਾਂ ਨੂੰ ਵੀ ਕੋਵਿਡ ਹੋ ਗਿਆ। ਸੋ ਇਹ ਅਸੀਂ ਜਿੱਥੇ ਇਸ ਗੱਲੋਂ ਖੁਸ਼ੀ ਪ੍ਰਗਟ ਕਰਦੇ ਆ, ਉਹਨਾਂ ਨੂੰ ਵਧਾਈ ਦਿੰਦੇ ਆ, ਨਾਲ ਦੀ ਨਾਲ ਇਹ ਵੀ ਦੱਸਣਾ ਚਾਹੁੰਦੇ ਆ ਕਿ ਬਈ ਉਹਨਾਂ ਨੂੰ ਟਰੂਡੋ ਹੋਰਾਂ ਵੱਲੋਂ ਇੱਕ ਬੜਾ ਵੱਡਾ ਆਨਰ ਦਿੱਤਾ ਗਿਆ ਹੈਗਾ ਕਿ ਇਹ ਜਿਹੜਾ ਮਹਿਕਮਾ ਦਿੱਤਾ ਗਿਆ, ਤੇ ਇਹਨੂੰ ਉਮੀਦ ਕਰਦੇ ਆ ਵੀ ਉਹ ਵਧੀਆ ਤਰੀਕੇ ਨਾਲ ਚਲਾਉਣਗੇ। ਬਿਲਕੁਲ ਜੀ। ਮੇਰੀ ਨਜ਼ਰ ਤੇ ਮੈਂ ਅੱਜ ਫਿਰ ਵੀ ਇਹ ਕਹੂੰਗਾ ਕਿ ਕਿਉਂਕਿ ਜਿਹੜਾ ਮਿਨਿਸਟਰ ਬਣਨਾ ਆਪਣੇ ਆਪ 'ਚ ਉਹ ਹੀ ਬੜਾ ਅਹਿਮ ਹੈ। ਮੇਰੇ ਖਿਆਲ 'ਤੇ MP ਬਣਨਾ ਹੀ ਆਪਣੇ ਆਪ 'ਚ ਅਹਿਮ ਹੈ ਕਿ ਲੋਕ ਉਹਨਾਂ 'ਤੇ ਬੜਾ ਵੱਡਾ ਭਰੋਸਾ ਰੱਖ ਕੇ ਉਹਨਾਂ ਨੂੰ ਭੇਜਦੇ ਨੇ। ਹਾਲਾਂ ਆਪਾਂ ਇਹ ਵੀ ਜਾਣਦੇ ਹਾਂ ਕਿ ਜਿਹੜੇ MP ਚੁਣੇ ਜਾਂਦੇ ਨੇ ਉਹ ਪਾਰਟੀਆਂ ਕਰਕੇ ਚੁਣੇ ਜਾਂਦੇ ਨੇ, ਉਹਦੀ ਆਪਣੀ ਭਾਵੇਂ ਕੋਈ ਕੰਟਰੀਬਿਊਸ਼ਨ ਨਾ ਵੀ ਹੋਵੇ, ਪਰ ਜਦੋਂ ਜ਼ਿੰਮੇਵਾਰੀ ਪੈਂਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਆ ਉਹ ਨਿਭਾਉਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਸਮਝੀ ਜਾਂਦੀ ਆ। ਔਰ ਮੇਰੇ ਖਿਆਲ 'ਚ ਆ ਕਿ ਜਿਹੜੇ ਵੀ ਸਾਡੇ ਮੈਂਬਰ ਹੁਣ ਗਏ ਨੇ ਚੁਣ ਕੇ, ਉਹ ਪੂਰੀ ਇਮਾਨਦਾਰੀ ਨਾਲ, ਪੂਰੀ ਮਿਹਨਤ ਨਾਲ, ਖਾਸ ਕਰਕੇ ਆਪਣੇ ਭਾਈਚਾਰੇ ਦੇ ਜਿਹੜੇ ਲੋਕ, ਉਹਨਾਂ ਵਾਸਤੇ ਇਹ ਅਪੀਲ ਕਰਨੀ ਚਾਹਾਂਗੇ ਕਿ ਜੇ ਸਾਨੂੰ ਇੰਨਾ ਵਧੀਆ ਮੌਕਾ ਮਿਲਿਆ ਹੋਇਆ ਵਾ ਤਾਂ ਫਿਰ ਆਪਾਂ ਨੂੰ ਉਹਦਾ ਸਦਉਪਯੋਗ ਕਰਦੇ ਹੋਏ ਜਿਹੜਾ ਆ ਉਹ ਜ਼ਰੂਰੀ ਤੌਰ 'ਤੇ ਆਪਣੀ ਪੂਰੀ ਐਫੀਸ਼ੀਐਂਸੀ ਦਿਖਾਉਣੀ ਚਾਹੀਦੀ ਆ, ਤਾਂ ਕਿ ਦੂਜਿਆਂ ਲੋਕਾਂ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਪ੍ਰੋਫੈਸਰ ਸਾਹਿਬ, ਜਦੋਂ ਕੋਈ ਵਿਅਕਤੀ, ਉਹ ਇਹ ਤਾਂ ਹੁਣ ਬਹੁਤ ਵੱਡੇ ਅਹੁਦਿਆਂ 'ਤੇ ਹੋ ਗਏ ਨਾ ਜੀ, ਜਿਹੜੇ ਸਧਾਰਨ ਵਿਅਕਤੀ ਨੇ ਸਾਡੇ ਵਰਗੇ, ਜਦੋਂ ਅਸੀਂ ਬਾਹਰਲੇ ਮੁਲਕ 'ਚ ਆਏ ਹੁੰਦੇ ਹਾਂ ਤੇ ਅਸੀਂ ਪੂਰੇ ਦੇ ਪੂਰੀ ਆਪਣੀ ਕੌਮ ਨੂੰ, ਆਪਣੇ ਉਸ ਪਿੱਛੇ ਛੱਡੇ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਹਾਂ ਕਿਤੇ ਨਾ ਕਿਤੇ। ਲੋਕਾਂ ਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਇੱਕ ਜਣਾ ਪਗੜੀ ਵਾਲਾ ਬੰਦਾ ਗਲਤੀ ਕਰਦਾ ਤੇ ਲਗਭਗ ਸਾਰੀ ਸਿੱਖ ਕਮਿਊਨਿਟੀ ਜਿਹੜੀ ਆ ਉਹਨੂੰ ਲੋਕੀ ਉਸ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਆ ਕਿ ਆਪਣਾ ਜਦੋਂ ਕੋਈ ਮੰਤਰੀ ਜਾਂ ਕੋਈ ਇਸ ਤਰ੍ਹਾਂ ਦੇ ਅਹੁਦੇ 'ਤੇ ਪਹੁੰਚਦਾ ਤੇ ਉਹਦੇ ਕੰਮਕਾਰ ਨੂੰ ਵੇਖ ਕੇ ਉਸ ਕਮਿਊਨਿਟੀ ਬਾਰੇ, ਉਹਦੇ ਕੰਟਰੀ ਬਾਰੇ ਵੀ ਲੋਕਾਂ ਦੀ ਇੱਕ ਰਾਏ ਜ਼ਰੂਰ ਬਣਦੀ ਹੈ ਜੀ। ਇਹ ਦੇਖੋ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਮਿਨਿਸਟਰ ਬਣਨਾ ਬੜਾ ਇੰਪੋਰਟੈਂਟ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਤੇ
ਇਸ ਤੋਂ ਪਹਿਲਾਂ ਪਾਰਲੀਮੈਂਟ ਦਾ ਮੈਂਬਰ ਬਣਨਾ ਵੀ ਬੜਾ ਮਹੱਤਵਪੂਰਨ ਆ, ਔਰ ਇਹ ਵੀ ਬੜਾ ਮਹੱਤਵਪੂਰਨ ਆ ਕਿ ਕਮਲ ਖਹਿਰਾ ਤੀਸਰੀ ਵਾਰੀ ਪਾਰਲੀਮੈਂਟ ਦੇ ਮੈਂਬਰ ਬਣੇ ਹੈਗੇ ਆ। ਔਰ ਨਾਲ ਦੀ ਨਾਲ ਅਸੀਂ ਜਿਹੜੇ ਸਾਡੇ ਬਾਕੀ ਬਰੈਂਪਟਨ ਦੇ ਪਾਰਲੀਮੈਂਟ ਮੈਂਬਰ ਬਣੇ ਹੈਗੇ ਆ, ਉਹ ਭਾਵੇਂ ਰੂਬੀ ਸੋਹਤਾ ਹੋਵੇ, ਭਾਵੇਂ ਸੋਨੀਆ ਸਿੱਧੂ ਹੋਵੇ, ਤੇ ਭਾਵੇਂ ਅਲੀ ਹੁਰੀ ਹੋਣ ਜਾਂ ਮਨਿੰਦਰ ਸਿੱਧੂ ਹੋਵੇ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਰਿਆਂ ਨੂੰ ਹੀ ਆਪਣੀ ਆਪਣੀ ਜਿਹੜੀ ਕੰਸਟੀਚੁਐਂਸੀ ਆ ਉਹਦਾ ਖਿਆਲ ਕਰਨਾ ਚਾਹੀਦਾ, ਉਹਦਾ ਧਿਆਨ ਰੱਖਣਾ ਚਾਹੀਦਾ, ਔਰ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ, ਸੋਸਾਇਟੀ ਦੀ ਡਿਵੈਲਪਮੈਂਟ ਦੇ ਵਿੱਚ ਉਹਨਾਂ ਦਾ ਕਿੰਨਾ ਰੋਲ ਆ ਉਹ ਨਿਭਾਉਣਾ ਚਾਹੀਦਾ। ਅਸੀਂ ਗਿੱਲ ਸਾਹਿਬ ਕੁਛ ਸਮੱਸਿਆਵਾਂ ਜਿਹੜੀਆਂ ਉਹ ਸੀਨੀਅਰਸ ਦੀਆਂ ਲੈ ਕੇ ਨਾ, ਜਿਹੜੇ ਇੱਥੋਂ ਚੋਣ ਲੜਦੇ ਸੀਗੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਪਾਰਲੀਮੈਂਟ ਦੇ ਮੈਂਬਰ, ਉਹਨਾਂ 'ਚ ਲਿਬਰਲ ਵੀ ਸੀਗੇ, ਉਹਨਾਂ 'ਚ ਪੀਸੀ ਵਾਲੇ ਵੀ ਸੀਗੇ, ਉਹਨਾਂ 'ਚ ਐਨਡੀਪੀ ਵਾਲੇ ਵੀ ਸੀਗੇ। ਅਸੀਂ ਉਹਨਾਂ ਕੋਲ ਮੰਗਾਂ ਪੇਸ਼ ਕਰਦੇ ਸੀਗੇ ਤੇ ਉਹਨਾਂ ਨੂੰ ਨਾਲ ਬੇਨਤੀ ਕਰਦੇ ਸੀਗੇ ਕਿ ਅਜੇ ਤਾਂ ਤੁਸੀਂ, ਕਿਉਂਕਿ ਅਜੇ ਇਲੈਕਸ਼ਨ ਲੜ ਰਹੇ ਹੋ, ਪਰ ਅਸੀਂ ਤੁਹਾਡੇ ਧਿਆਨ ਵਿੱਚ ਹੀ ਲਿਆ ਰਹੇ ਹਾਂ, ਤੇ ਜਦੋਂ ਤੁਸੀਂ ਚੁਣੇ ਜਾਓਗੇ ਉਦੋਂ ਫਿਰ ਅਸੀਂ ਤੁਹਾਡੇ ਕੋਲ ਦੁਬਾਰਾ ਆਵਾਂਗੇ। ਤੇ ਉਹ ਹੁਣ ਇਸੇ ਤਰ੍ਹਾਂ ਸਾਡੀਆਂ ਆਰਗੇਨਾਈਜੇਸ਼ਨਾਂ ਵਾਂਗੂ ਦੂਜੀਆਂ ਆਰਗੇਨਾਈਜੇਸ਼ਨਾਂ ਨੇ ਵੀ ਉਹਨਾਂ ਨਾਲ ਇਹ ਗੱਲਾਂ ਕੀਤੀਆਂ ਹੋਣਗੀਆਂ, ਵਿਚਾਰ ਵਟਾਂਦਰੇ ਕੀਤੇ ਹੋਣਗੇ, ਉਹਨਾਂ ਕੋਲ ਵਾਅਦੇ ਲਏ ਹੋਣਗੇ। ਸੋ ਨਾ ਕੇਵਲ ਜਿਹੜੇ ਮੰਤਰੀ ਬਣਦੇ ਆ ਉਹੀ, ਬਲਕਿ ਜਿਹੜੇ ਪਾਰਲੀਮੈਂਟ ਦੇ ਮੈਂਬਰ ਬਣਦੇ ਆ ਉਹਨਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਆ ਕਿ ਉਹ ਜੇ ਆਪਣੀਆਂ ਜ਼ਿੰਮੇਵਾਰੀਆਂ ਠੀਕ ਤਰ੍ਹਾਂ ਨਿਭਾਉਣਗੇ, ਲੋਕਾਂ ਨਾਲ ਠੀਕ ਤਰ੍ਹਾਂ ਜੁੜੇ ਰਹਿਣਗੇ, ਉਹਨਾਂ ਦੇ ਮਸਲਿਆਂ ਵੱਲ ਧਿਆਨ ਦੇਣਗੇ, ਤਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਤਾਂ ਠੀਕ ਤਰ੍ਹਾਂ ਨਿਭਦੀ ਆ, ਔਰ ਤਾਂ ਹੀ ਲੋਕੀ ਉਹਨਾਂ ਨੂੰ ਦੁਬਾਰਾ ਮੁੜ ਕੇ ਆਪਣੇ ਚੋਣਾਂ ਦੇ ਵਿੱਚ ਜਿਤਾ ਸਕਦੇ ਆ। ਜੀ ਬਿਲਕੁਲ ਜੀ, ਮੇਰੇ ਖਿਆਲ ਆਪਾਂ ਨੂੰ ਉਮੀਦ ਕਰਦੇ ਹਾਂ ਫਿਰ ਇੱਕ ਵਾਰੀ ਆਪਾਂ ਜਿਹੜੇ ਨਵੇਂ ਮਿਨਿਸਟਰ ਬਣੇ ਆ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਸਾਰਿਆਂ ਨੂੰ ਦਿੰਦੇ ਹਾਂ, ਕਮਲ ਖਹਿਰਾ ਹੋਰਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ, ਤੇ ਉਮੀਦ ਕਰਦੇ ਹਾਂ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਆ ਉਹਨੂੰ ਉਹ ਬਾਖੂਬੀ ਜਿਹੜਾ ਉਹ ਨਿਭਾਉਣਗੇ। ਅੱਛਾ, ਇੱਕ ਖਬਰ ਮੇਰੀ ਨਜ਼ਰ 'ਚ ਆ ਰਹੀ ਸੀ, ਅੱਜ ਦਿਨੇ ਮੈਂ ਦੇਖ ਰਿਹਾ ਸੀਗਾ ਕਾਲੋਂ ਸਾਹਿਬ, ਕਿ ਅਲਬਰਟਾ ਸਟੇਟ ਦੇ ਵਿੱਚ ਕਾਫੀ ਸਾਰੇ ਕੇਸ ਕੋਵਿਡ ਦੇ ਆਉਣੇ ਸ਼ੁਰੂ ਹੋ ਗਏ, ਤੇ 4 ਡਾਕਟਰਸ ਨੇ ਇੱਕ ਲਾ ਸੂਟ ਦਾਇਰ ਕੀਤਾ ਆ ਜਿਹੜੀਆਂ ਹੈਲਥ ਅਥਾਰਟੀਜ਼ ਨੇ, ਯਾਨੀ ਕਿ ਕਿਸਮ ਦੀ ਗਵਰਨਮੈਂਟ ਦੇ ਖਿਲਾਫ, ਕਿ ਤੁਸੀਂ ਸਾਨੂੰ ਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਵੈਕਸੀਨ ਜ਼ਰੂਰ ਲਵਾਓ। ਯਾਨੀ ਕਿ ਜਦੋਂ ਡਾਕਟਰ ਖੁਦ ਰਿਫਿਊਜ਼ ਕਰਦੇ ਨੇ ਵੈਕਸੀਨ ਲਵਾਉਣ ਤੋਂ, ਤੇ ਉਸ ਤੋਂ ਬਾਅਦ ਉਹ ਅਥਾਰਟੀ ਨੂੰ ਚੈਲੰਜ ਵੀ ਕਰਦੇ ਨੇ, ਤੇ ਇਹਦਾ ਮੈਸੇਜ ਕੀ ਜਾਂਦਾ? ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹਾਂ ਕਿ ਬੜਾ ਅਜੀਬ ਗੱਲ ਲੱਗਦੀ ਆ ਕਿ ਇੱਕ ਪਾਸੇ ਤੇ ਡਾਕਟਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਇਹ ਜਿਹੜੀ ਵੈਕਸੀਨ ਹੈ ਲਵਾਓ, ਤੇ ਉਹਨਾਂ ਦੇ ਵਿੱਚੋਂ ਹੀ ਕੋਈ ਡਾਕਟਰ ਜਿਹੜੇ ਆ ਉਹ ਲਾ ਸੂਟ ਤੱਕ ਦਾਇਰ ਕਰਨ ਲਈ ਚਲੇ ਜਾਂਦੇ ਕਿ ਤੁਸੀਂ ਸਾਨੂੰ ਫੋਰਸ ਨਹੀਂ ਕਰ ਸਕਦੇ ਲਵਾਉਣ ਲਈ, ਤੇ ਇਹਦਾ ਮੈਸੇਜ ਬੜਾ ਉਲਟਾ ਪੁਲਟਾ ਜਾਂਦਾ। ਇਹਦਾ ਕੀ ਮਤਲਬ ਲਿਆ ਜਾਵੇ? ਇਹਦਾ ਮਤਲਬ ਇਹ ਆ ਜੀ ਕਿ ਦੁਨੀਆ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ, ਤੇ ਉਸ ਤੋਂ ਗਾਂਹ ਵੀ ਜਿਹੜਾ ਅਲਬਰਟਾ ਸੂਬਾ ਆ ਉਹਦੇ ਵਿੱਚ ਜਿਹੜੇ ਲੋਕ ਆ ਜੀ, ਉਹ ਇਹ ਕਹਿੰਦੇ ਆ ਬਈ ਅਸੀਂ ਵੈਕਸੀਨ ਨਹੀਂ ਲਵਾਉਣੀ। ਹੁਣ ਦੇਖੋ, ਇਹ ਜਿਹੜੀ ਹਿਊਮਨ ਬਾਡੀ ਆ, ਇਹ ਭਾਵੇਂ ਕਿਸੇ ਦੇ ਵਿਚਾਰ ਕਿਸੇ ਪਾਰਟੀ ਨਾਲ ਹੋਣ, ਕਿਸੇ ਧਰਮ ਨਾਲ ਹੋਣ, ਕਿਸੇ ਜਾਤ ਨਾਲ ਹੋਣ, ਜਿਹੜੀ ਹਿਊਮਨ ਬਾਡੀ ਆ ਉਹ ਇੱਕੋ ਜਿਹੀ ਆ। ਉਹਦੀ ਪ੍ਰਕਿਰਿਆ ਜਿਹੜੀ ਆ ਉਹ ਸਾਰਿਆਂ ਦੀ ਇੱਕੋ ਜਿਹੀ ਆ। ਸਾਹ ਲੈਣ ਦੀ ਪ੍ਰਕਿਰਿਆ ਜਿਹੜੀ ਆ, ਉਹਨਾਂ ਦੇ ਹਾਰਟ ਚੱਲਣ ਦੀ ਪ੍ਰਕਿਰਿਆ ਜਿਹੜੀ ਆ, ਔਰ ਜੇ ਕੋਈ ਵਾਇਰਸ ਆਉਂਦਾ ਹੈਗਾ ਤੇ ਉਹ ਸਾਰਿਆਂ ਦੇ ਉੱਤੇ ਇੱਕੋ ਜਿਹਾ ਅਟੈਕ ਕਰਦਾ ਹੈਗਾ। ਔਰ ਜਿਹੜੇ ਵੈਕਸੀਨੇਟਡ ਹੋਣਾ ਹੈਗਾ, ਵੈਕਸੀਨ ਲਵਾਉਣੀ ਆ, ਇਹ ਲਾਜ਼ਮੀ ਆ, ਕਿਉਂਕਿ ਇਹ ਸਾਡੀ ਪ੍ਰੋਟੈਕਸ਼ਨ ਜਿਹੜੀ ਆ ਬਿਮਾਰੀਆਂ ਤੋਂ ਕਰਦੀ ਆ। ਕੁਛ ਜਿਹੜੇ ਇਹ ਸਿਰਫਿਰੇ ਲੋਕ ਹੀ ਆਪਾਂ ਉਹਨਾਂ ਨੂੰ ਕਵਾਂਗੇ ਗਿੱਲ ਸਾਹਿਬ, ਜਿੱਦਾਂ ਸਾਡੇ ਜਿਹੜੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸੀਗੇ, ਉਹਨਾਂ ਨੇ ਵੀ, ਟਰੰਪ ਹੋਰਾਂ ਨੇ ਵੀ ਇਹ ਨਾਅਰਾ ਦੇ ਦਿੱਤਾ ਸੀਗਾ। ਔਰ ਇਹਦੇ 'ਚ ਕੈਨੇਡਾ ਦੇ ਵਿੱਚ ਵੀ ਕੁਛ ਇੱਕ ਵਿਚਾਰਧਾਰਾ ਵਾਲੇ ਲੋਕ ਹੈਗੇ ਆ ਜਿਹੜੇ ਇਹ ਕਹਿੰਦੇ ਆ, ਔਰ ਉਹ ਬਲਕਿ ਮੁਜ਼ਾਹਰੇ ਕਰਦੇ ਆ ਇਸ ਇਸ਼ੂ ਤੇ ਕਿ ਅਸੀਂ ਨਹੀਂ ਵੈਕਸੀਨ ਲਵਾਉਣੀ, ਅਸੀਂ ਨਹੀਂ ਵੈਕਸੀਨ ਲਵਾਉਣੀ। ਮੈਂ ਸਮਝਣਾ ਵੀ ਇਹ ਬੜਾ ਗਲਤ ਮੈਸੇਜ ਆ, ਖਾਸ ਕਰਕੇ ਜਿਹੜਾ ਡਾਕਟਰਾਂ ਵੱਲੋਂ ਇਹ ਕਹਿਣਾ ਹੈਗਾ। ਹੁਣ ਤੁਹਾਨੂੰ ਮੈਨੂੰ ਜੇ ਪਤਾ ਆ ਬਈ ਇਹ ਜਿਹੜਾ ਵਾਇਰਸ ਹੈਗਾ, ਇਹਦੇ ਐਂਟੀ ਕੋਈ ਅਸੀਂ ਵਾਇਰਸ ਜਿਹੜਾ ਉਹ ਬਾਡੀ 'ਚ ਭੇਜਾਂਗੇ ਤੇ ਤਾਂ ਹੀ ਸਾਡਾ ਬਚਾਅ ਹੋਊਗਾ। ਜੇ ਡਾਕਟਰ ਹੀ ਇਦਾਂ ਕਰਨ ਲੱਗ ਜਾਣ, ਜਿਨ੍ਹਾਂ ਨੇ ਇਹ ਲੋਕਾਂ ਦੇ ਵਿੱਚ ਦੱਸਣਾ ਹੁੰਦਾ ਹੈਗਾ, ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ, ਔਰ ਇਹਦੋਂ ਮਾੜੀ ਮੇਰਾ ਖਿਆਲ ਹੋਰ ਕੋਈ ਗੱਲ ਨਹੀਂ ਹੋ ਸਕਦੀ। ਔਰ
ਇਹ ਬਹੁਤ ਦਕਿਆਨੁਸੀ ਗੱਲ ਹੈਗੀ ਆ ਔਰ ਬੜੀ ਮਾੜੀ ਗੱਲ ਹੈਗੀ ਆ। ਇਹਨੂੰ ਅਸੀਂ ਐਂਟੀ ਹਿਊਮੈਨਿਟੀ ਕਹਿ ਸਕਦੇ ਆ ਕਿ ਜਿਹੜੇ ਹੁਣ ਦੇਖੋ ਜਿਹੜੇ ਵੈਕਸੀਨ ਨਹੀਂ ਲਵਾਉਂਦੇ, ਜਦੋਂ ਉਹ ਇਨਫੈਕਟਡ ਹੋ ਜਾਂਦੇ ਆ, ਜਦੋਂ ਉਹਨਾਂ ਨੂੰ ਬਿਮਾਰੀ ਹੋ ਜਾਂਦੀ ਆ, ਤੇ ਜਦੋਂ ਹਸਪਤਾਲ ਦਾਖਲ ਹੁੰਦੇ ਆ, ਸਭ ਤੋਂ ਪਹਿਲਾਂ ਉਹ ਕਹਿੰਦੇ ਹੁਣ ਸਾਨੂੰ ਵੈਕਸੀਨ ਲਾਓ ਜੀ। ਮਤਲਬ ਕਿ ਉਹਨਾਂ ਨੂੰ ਵੀ ਅੰਦਰੋਂ ਅੰਦਰੀ ਇਸ ਗੱਲ ਦਾ ਪਤਾ ਆ ਕਿ ਇਹ ਕੇਵਲ ਤੇ ਕੇਵਲ ਵੈਕਸੀਨ ਹੈਗੀ ਆ, ਇਹ ਟੀਕਾ ਜਿਹੜਾ ਆ ਇਹ ਸਾਨੂੰ ਬਚਾ ਸਕਦਾ। ਤੇ ਇਹ ਮੈਂ ਸਮਝਣਾ ਵੀ ਜਿਹੜੇ ਲੋਕ ਭਾਵੇਂ ਕਿਸੇ ਵੀ ਵਿਚਾਰਧਾਰਾ ਦੇ ਹੋਣ, ਧਰਮ ਦੇ ਹੋਣ, ਸੂਬੇ ਦੇ ਹੋਣ, ਦੇਸ਼ ਦੇ ਹੋਣ, ਜਿੱਥੋਂ ਦੇ ਵੀ ਮਰਜ਼ੀ ਹੋਣ, ਜਿਹੜੇ ਐਂਟੀ ਹਿਊਮਨ ਕੰਮ ਇਦਾਂ ਦੇ ਕਰਦੇ ਆ, ਉਹ ਨਿੰਦਣਯੋਗ ਆ। ਔਰ ਜੇ ਡਾਕਟਰ ਕਰਦੇ ਆ ਤੇ ਉਹ ਜ਼ਿਆਦਾ ਨਿੰਦਣਯੋਗ ਆ, ਕਿਉਂਕਿ ਆਮ ਲੋਕ ਜਿਹੜੇ ਆ ਉਹ ਸਵੇ ਹੋ ਸਕਦੇ ਆ, ਕਿਸੇ ਦੇ ਪ੍ਰਭਾਵ ਹੇਠ ਆ ਸਕਦੇ ਆ, ਪਰੰਤੂ ਡਾਕਟਰ ਜਿਹੜੇ ਆ ਜਿਨ੍ਹਾਂ ਨੂੰ ਹਿਊਮਨ ਬਾਡੀ ਦਾ ਪੂਰਾ ਗਿਆਨ ਆ, ਜਿਨ੍ਹਾਂ ਨੂੰ ਇਹ ਪਤਾ ਆ ਭਈ ਵਾਇਰਸ ਨਾਲ ਮਾਰਨ ਲਈ ਕੀ ਕਰਨਾ ਪੈਂਦਾ ਆ, ਤੇ ਵੈਕਸੀਨ ਜਿਹੜੀ ਆ ਉਹ ਲੈਣੀ ਪੈਂਦੀ ਆ। ਸੋ ਇਹ ਬੜੀ ਦਕਿਆਨੁਸੀ ਤੇ ਨਿੰਦਣਯੋਗ ਗੱਲ ਆ ਜੀ। ਜੀ ਅਲਬਰਟਾ ਦੀ ਵੈਸੇ ਮੈਂ ਨਿਊਜ਼ ਦੇਖ ਰਿਹਾ ਕਾਲੋ ਸਾਹਿਬ, ਅੱਜ ਜਿਹੜੀ ਰਿਲੀਜ਼ ਹੋਈ ਆ ਉਹਦੇ ਵਿੱਚ 12 ਡੈਥ ਹੋਈਆਂ ਨੇ ਅੱਜ ਟਿਊਜ਼ਡੇ ਵਾਲੇ ਦਿਨ, ਤੇ 442 ਨਵੇਂ ਕੇਸ ਜਿਹੜੇ ਨੇ ਉਹ ਉੱਥੇ ਆਏ ਨੇ। ਤੇ ਦੂਜੇ ਪਾਸੇ ਡਾਕਟਰ ਹੀ ਕਹਿ ਰਿਹਾ ਕਿ ਇਹ ਅਸੀਂ ਨਹੀਂ ਲੈਣੀ ਹੈ। ਤੇ ਜਦੋਂ BC ਦੀ ਗੱਲ ਕਰੀਏ ਤੇ BC ਵਾਲੇ ਬੂਸਟਰ ਡੋਜ਼ ਤੇ 12 ਸਾਲ ਦੇ ਬੱਚਿਆਂ ਨੂੰ ਉਹ ਕਹਿੰਦੇ ਸਾਲ ਦੇ ਐਂਡ ਤੱਕ ਅਸੀਂ ਬੂਸਟਰ ਡੋਜ਼ ਵੀ ਦੇ ਦੇਣੀ ਆ, ਤੇ 12 ਸਾਲ ਦੇ ਜਿਹੜੇ ਬੱਚੇ ਆ ਮਤਲਬ ਅਗਲਾ ਸਾਲ ਆਉਣ ਤੋਂ ਪਹਿਲਾਂ ਉਹ ਸਾਰੀਆਂ ਡੋਜ਼ਸ ਉਹਨਾਂ ਨੂੰ ਮਿਲ ਜਾਣਗੀਆਂ। ਤੇ ਹੈਲਥ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਆ ਕਿ ਅੱਜ ਹੀ ਮਿਨਿਸਟਰੀ ਬਣੀ ਆ, ਤੇ ਕੈਨੇਡੀਅਨ ਡਾਕਟਰਸ ਜਿਹੜੇ ਆ ਉਹਨਾਂ ਨੇ ਨਵੇਂ ਹੈਲਥ ਮਿਨਿਸਟਰ ਨੂੰ ਇਹ ਕਿਹਾ ਆ ਕਿ ਜਿਹੜੇ ਹੈਲਥ ਜਿਹੜੇ ਸੈਂਟਰ ਨੇ, ਹਸਪੀਟਲ ਨੇ, ਉਹਨਾਂ ਦੇ ਵਿੱਚ ਸ਼ਾਰਟੇਜ ਬੜੀ ਆ ਹੈਲਥ ਵਰਕਰ ਦੀ, ਉਹਨਾਂ ਨੂੰ ਜਿਹੜਾ ਉਹ ਦੂਰ ਕੀਤਾ ਜਾਵੇ, ਨਵਾਂ ਸਟਾਫ ਜਿਹੜਾ ਵਾ ਉਹ ਲਿਆ ਜਾਵੇ। ਜਿਹੜੇ ਹੈਲਥ ਵਰਕਫੋਰਸ ਆ ਉਹ ਕ੍ਰਾਈਸਿਸ ਹੈ ਇਸ ਵੇਲੇ ਕੈਨੇਡਾ ਦੇ ਵਿੱਚ। ਤੇ ਇਹਦੇ ਲਈ ਵੀ ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਿ ਕੋਈ ਸੌਖੇ ਬ੍ਰਿਜਿੰਗ ਪ੍ਰੋਗਰਾਮ ਹੋਣੇ ਚਾਹੀਦੇ ਆ। ਵੈਸੇ ਵੇਖਿਆ ਜਾਵੇ ਤਾਂ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਨੇ ਉਹਨਾਂ 'ਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਾਕਟਰ ਨੇ। ਮੈਂ ਬਹੁਤ ਸਾਰਿਆਂ ਨੂੰ ਨਿੱਜੀ ਤੌਰ ਤੇ ਦੇਖਦਾ, ਕੁਝ ਲੋਕ ਟਰੱਕ ਤੇ ਵੀ ਚੜ੍ਹੇ ਆ, ਕੁਝ ਲੋਕ ਸਿਕਿਉਰਿਟੀ ਕਰਦੇ ਆ, ਤੇ ਉਹ ਬਹੁਤ ਵਧੀਆ ਡਾਕਟਰ ਦਾ ਰੋਲ ਕਰ ਸਕਦੇ ਕਿਉਂਕਿ ਉਹ ਕੁਆਲੀਫਾਈਡ ਡਾਕਟਰ ਨੇ। ਇਸੇ ਤਰ੍ਹਾਂ ਹੀ ਇੰਜੀਨੀਅਰਸ ਨੇ, ਕੁਝ ਹੋਰ ਜਿਹੜੇ ਨਵੇਂ ਆਉਂਦੇ ਨੇ, ਜਿਹੜੇ ਸਕਿਲਡ ਕੈਟਾਗਰੀ ਵਾਲੇ ਲੋਕ ਨੇ। ਠੀਕ ਹੈ, ਜਿਹੜੇ ਬੱਚੇ ਹੁਣ ਡਾਇਰੈਕਟ ਆਉਂਦੇ ਨੇ ਇੱਥੋਂ ਦੀ ਪੜ੍ਹਾਈ ਦੇ ਬੇਸ ਤੇ ਉਹ ਤੇ ਠੀਕ ਹੈ ਆਪਣੀਆਂ ਜੌਬਾਂ ਤੇ, ਪਰ ਕਿਤੇ ਨਾ ਕਿਤੇ ਜਿਹੜੀ ਜੌਬ ਨੂੰ ਕੰਸੀਡਰ ਨਾ ਕਰਨਾ ਇਹ ਬੜਾ ਵੱਡਾ ਡਰਾਬੈਕ ਆ ਸਾਡੇ ਮੁਲਕ ਦੀ ਇਸ ਇਮੀਗ੍ਰੇਸ਼ਨ ਦਾ। ਇਹਦੇ ਸੰਬੰਧੀ ਕੁਛ ਨਾ ਕੁਛ ਕਾਰਵਾਈਆਂ ਜਿਹੜੀਆਂ ਨੇ ਉਹਦੇ ਲਈ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨ ਲਈ ਕੋਈ ਪ੍ਰੈਸ਼ਰ ਗਰੁੱਪ ਫਾਰਮ ਹੋਣੇ ਚਾਹੀਦੇ ਆ, ਕਿਉਂਕਿ ਇਮੀਗ੍ਰੈਂਟ ਆ ਰਹੇ ਆ ਪਰ ਉਹਨਾਂ ਨੂੰ ਜਿਸ ਤਰ੍ਹਾਂ ਦਾ ਉਹ ਸੋਚ ਕੇ ਆਉਂਦੇ ਆ ਉਸ ਤਰ੍ਹਾਂ ਦੀਆਂ ਜੌਬ ਜਿਹੜੀਆਂ ਨੇ ਉਹ ਨਹੀਂ ਮਿਲਦੀਆਂ, ਖਾਸ ਕਰਕੇ ਵਾਈਟ ਕਾਲਰ ਜੌਬ। ਔਰ ਜਿਹੜੀਆਂ ਗਵਰਨਮੈਂਟ ਜੌਬ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਨਜ਼ਰ ਆਉਂਦੀ ਆ ਜਦੋਂ ਆਪਾਂ ਉਹਨੂੰ ਧਿਆਨ ਨਾਲ ਘੋਖਦੇ ਆ ਕਿ ਜਿੰਨੀ ਪਾਪੂਲੇਸ਼ਨ ਆ ਉਹਦੇ ਬਰਾਬਰ ਉਹਨਾਂ ਨੂੰ ਮੌਕੇ ਜਿਹੜੇ ਆ ਉਹ ਨਹੀਂ ਮਿਲਦੇ। ਜਿਹੜੀ ਡਾਕਟਰਸ ਨੇ ਗੱਲ ਕੀਤੀ ਆ ਨਾ ਜੀ ਨਵੇਂ ਹੈਲਥ ਮਿਨਿਸਟਰ ਨਾਲ, ਹਾਂਜੀ, ਉਹ ਬੜੀ ਵਾਜਬ ਆ। ਤੁਹਾਨੂੰ ਪਤਾ ਲੰਮੇ ਸਮੇਂ ਤੋਂ ਜਿਹੜੀ ਡਾਕਟਰ ਪੈਰਾਮੈਡੀਕਲ ਸਟਾਫ ਜਿਹੜਾ ਹੈਗਾ ਉਹਨਾਂ ਦੀ ਘਾਟ ਆ ਕੈਨੇਡਾ ਦੇ ਵਿੱਚ। ਤੇ ਇੱਥੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ GTA ਦੇ ਵਿੱਚ, ਬਰੈਂਪਟਨ ਦੇ ਵਿੱਚ ਬੜੀ ਦੇਰ ਤੋਂ ਮੰਗ ਕਰਦੀਆਂ ਆ ਕਿ ਜਿਹੜਾ ਹੈਲਥ ਸਿਸਟਮ ਹੈਗਾ ਉਹਦੇ 'ਚ ਸੁਧਾਰ ਕੀਤਾ ਜਾਵੇ। ਤੇ ਸੁਧਾਰ ਜਿਹੜਾ ਉਹ ਸਭ ਤੋਂ ਪਹਿਲਾਂ ਇਹ ਜ਼ਰੂਰਤ ਹੈਗੀ ਆ ਕਿ ਡਾਕਟਰ, ਨਰਸਿਸ, ਪੈਰਾਮੈਡੀਕਲ ਸਟਾਫ ਜਿਹੜਾ ਹੈਗਾ ਉਹ ਪੂਰਾ ਹੋਣਾ ਚਾਹੀਦਾ। ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਇੰਡੀਆ ਤੋਂ ਜਾਂ ਬਾਹਰਲੇ ਮੁਲਕਾਂ ਤੋਂ ਡਾਕਟਰ ਜਾਂ ਇੰਜੀਨੀਅਰ ਜਾਂ ਹੋਰ ਪ੍ਰੋਫੈਸ਼ਨਲ ਜਿਹੜੇ ਆ ਉਹ ਆਉਂਦੇ ਆ, ਤੇ ਉਹਨਾਂ ਦੀ ਜਿਹੜੀ ਡਿਗਰੀ ਆ ਜਾਂ ਜਿਹੜੀ ਉਹਨਾਂ ਦੀ ਪੜ੍ਹਾਈ ਆ ਉਹਨੂੰ ਮੂਲੋਂ ਹੀ ਰੱਦ ਕਰ ਦਿੱਤਾ ਜਾਂਦਾ ਆ। ਇਹ ਬਿਲਕੁਲ ਗਲਤ ਆ। ਇਹ ਤੁਸੀਂ ਠੀਕ ਗੱਲ ਕੀਤੀ ਆ, ਮੈਂ ਵੀ ਇਸ ਗੱਲ ਨਾਲ ਸਹਿਮਤ ਆ ਕਿ ਉਹਦੇ ਲਈ ਬ੍ਰਿਜ ਕੋਰਸ ਹੋਣੇ ਚਾਹੀਦੇ ਆ ਕਿ ਉਹਨਾਂ ਦੀ ਅਪਡੇਟਿੰਗ ਜਿਹੜੀ ਆ, ਜਾਂ ਮਤਲਬ ਹੁਣ ਜਿਹੜਾ ਡਾਕਟਰ ਆ ਜੀ, ਹਿਊਮਨ ਬਾਡੀ ਤਾਂ ਸਾਰੀ ਦੁਨੀਆ 'ਚ ਇੱਕੋ ਜਿਹੀ ਆ। ਜੇ ਉਹਨੇ ਸਟੱਡੀ ਕੀਤਾ ਹੈਗਾ ਤਾਂ ਜੇ ਉਹਨੇ ਇਲਾਜ ਕਰਨਾ ਆ
ਤਾਂ ਇਹ ਤਾਂ ਹੈ ਨਹੀਂ ਵੀ ਉਹ ਭਾਰਤ ਦੇ ਵਿੱਚ ਹੋਰ ਤਰ੍ਹਾਂ ਦੇ ਬੰਦੇ ਹੁੰਦੇ ਆ, ਹਿਊਮਨ ਬਾਡੀ ਹੋਰ ਤਰ੍ਹਾਂ ਦੀ ਆ ਤੇ ਕੈਨੇਡਾ 'ਚ ਹੋਰ ਤਰ੍ਹਾਂ ਦੀ ਆ, ਜਾਂ ਜਿਹੜੇ ਵੀ ਦੇਸ਼ 'ਚੋਂ ਕੋਈ ਆਇਆ ਹੈਗਾ ਉਹਦੇ 'ਚ ਉਹ ਕੰਪੀਟੈਂਟ ਡਾਕਟਰ ਆ। ਹਾਂ, ਇਹ ਜ਼ਰੂਰ ਆ ਕਿ ਇੱਥੋਂ ਦੇ ਕੁਝ ਜਿਹੜੇ ਐਥਿਕਸ ਹੈਗੇ ਆ, ਕੁਝ ਜਿਹੜੀਆਂ ਕਲਚਰ ਨਾਲ ਸੰਬੰਧਿਤ ਗੱਲਾਂ ਹੈਗੀਆਂ, ਕੁਝ ਲੈਂਗੁਏਜ ਨਾਲ ਸੰਬੰਧਿਤ ਗੱਲਾਂ ਹੈਗੀਆਂ, ਕੁਝ ਇੱਥੇ ਦੇ ਕਾਨੂੰਨ ਨਾਲ ਸੰਬੰਧਿਤ ਗੱਲਾਂ ਹੈਗੀਆਂ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਪੜ੍ਹਾ ਲੈਣੀਆਂ ਚਾਹੀਦੀਆਂ ਕਿ ਬਈ ਉਹਨਾਂ ਨੂੰ ਇਸ ਗੱਲ ਦੇ, ਯਾਨੀ ਬ੍ਰਿਜ ਕੋਰਸ ਦਾ ਮਤਲਬ ਹੀ ਇਹ ਹੈਗਾ। ਤੇ ਇਹ ਬੜਾ ਜ਼ਰੂਰੀ ਆ। ਇਹ ਨਾ ਕੇਵਲ ਡਾਕਟਰੀ ਦੇ ਵਿੱਚ, ਇਹ ਇੰਜੀਨੀਅਰਿੰਗ ਜਿਹੜੇ ਕਰਦੇ ਆ ਉਹਨਾਂ ਲਈ ਜਿਹੜੇ ਨਿਯਮ ਹੈਗੇ ਆ ਸਾਇੰਸ ਦੇ, ਉਹ ਤਾਂ ਸਾਰੀ ਦੁਨੀਆ 'ਚ ਇੱਕੋ ਜਿਹੇ ਹੀ ਆ। ਕੋਈ ਇਹ ਤਾਂ ਹੈ ਨਹੀਂ ਵੀ ਪਾਕਿਸਤਾਨ ਦੀ ਸਾਇੰਸ ਵੱਖਰੀ ਆ, ਭਾਰਤ ਦੀ ਸਾਇੰਸ ਵੱਖਰੀ ਆ, ਅਫਰੀਕਾ ਦੀ ਸਾਇੰਸ ਵੱਖਰੀ ਆ ਤੇ ਕੈਨੇਡਾ ਦੀ ਵੱਖਰੀ ਆ। ਸੋ ਇਹ ਹੋ ਗਿੱਲ ਸਾਹਿਬ ਇਸ ਕਰਕੇ ਨਹੀਂ ਨਿਗਾ ਰਿਹਾ ਕਿ ਜਿਹੜੇ ਇੱਥੇ ਆਉਂਦੇ ਆ ਨਾ ਉਹਨਾਂ ਦੇ ਵਿੱਚ ਇਹਨੂੰ ਸਾਡਾ ਕੋਈ ਸਰੋਤਾ ਕੋਈ ਗੁੱਸਾ ਨਾ ਕਰੇ ਇਸ ਗੱਲ ਦਾ। ਇੱਥੇ ਆਉਣ ਵਾਲਿਆਂ ਦੇ ਵਿੱਚ ਇੱਕ ਕੰਪਲੈਕਸ ਆ। ਉਹ ਕੰਪਲੈਕਸ ਇਹ ਆ ਕਿ ਬਈ ਇਹ ਇੱਕ ਸੁਪੀਰੀਅਰ ਮੁਲਕ ਹੈਗਾ ਤੇ ਇੱਥੇ ਪਹੁੰਚ ਜਾਣਾ ਜਿਹੜਾ ਨਾ, ਇਹ ਸਾਡੀ ਬੜੀ ਵੱਡੀ ਪ੍ਰਾਪਤੀ ਆ। ਤੇ ਉਹ ਆਪਣੀ ਜਿਹੜੀ ਕੁਆਲੀਫਿਕੇਸ਼ਨ ਆ, ਇਹ ਵੀ ਇੱਕ ਹੱਕ ਆ ਆਪਣੀ ਕੁਆਲੀਫਿਕੇਸ਼ਨ ਨੂੰ ਆਪਣੇ ਪੇਸ਼ ਕਰਨ ਦਾ। ਸੋ ਉਹ ਡਰਦੇ ਮਾਰੇ ਕਰਦੇ ਨਹੀਂਗੇ। ਉਹ ਇਹਨਾਂ ਗੱਲਾਂ ਵੱਲ ਜਾਣ ਦੀ ਬਜਾਏ ਕਿ ਤੁਸੀਂ ਕੋਈ ਬ੍ਰਿਜ ਕੋਰਸ ਕਰੋ, ਇਕੱਠੇ ਹੋ ਕੇ ਕੋਈ ਗੱਲ ਕਰਨ, ਉਹ ਜਿੱਦਾਂ ਤੁਸੀਂ ਦੱਸਿਆ ਵੀ ਕੋਈ ਸਿਕਿਉਰਿਟੀ ਕਰਨ ਲੱਗ ਜਾਂਦਾ, ਕੋਈ ਟਰੱਕ ਤੇ ਚੜ੍ਹ ਜਾਂਦਾ ਜਾਂ ਕੋਈ ਹੋਰ ਕੰਮ ਕਰਨ ਲੱਗ ਜਾਂਦਾ, ਇਹ ਸਾਡੀ ਚੇਤਨਾ ਦੀ ਘਾਟ ਆ। ਪਰ ਡਾਕਟਰ ਸਾਹਿਬ, ਆਪਣੇ ਪ੍ਰੋਫੈਸਰ ਸਾਹਿਬ, ਵੇਖਿਆ ਜਾਵੇ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਇਸ ਮਾਮਲੇ 'ਚ ਹੋਰ ਕਰਨੀ ਚਾਹੁੰਦਾ ਕਿ ਜਿਹੜੀ ਇੰਡੀਆ ਪਾਕਿਸਤਾਨ ਦੀ ਐਜੂਕੇਸ਼ਨ ਆ ਉਹ ਬ੍ਰਿਟਿਸ਼ ਪੈਟਰਨ ਤੇ ਆ ਸਾਰਾ ਕੁਝ। ਆਪਾਂ ਤੇ ਆਪਣਾ ਅਜੇ ਤੱਕ ਜਿਹੜੀਆਂ ਪੁਲਿਸ ਪੀਨਲ ਕੋਡ ਆ ਜਾਂ ਅਦਾਲਤੀ ਭਾਸ਼ਾ ਆ ਜਾਂ ਪਟਵਾਰਖਾਨੇ ਵਾਲੀ ਭਾਸ਼ਾ, ਉਹ ਨਹੀਂ ਬਦਲੀ ਅਜੇ ਤੱਕ। ਬ੍ਰਿਟਿਸ਼ ਨੇ ਜੋ ਕੁਝ ਕੀਤਾ ਆ ਉਹਦੇ ਅਕੋਰਡਿੰਗਲੀ ਹੀ ਕੰਟਰੀ ਨੂੰ ਅਸੀਂ ਰਨ ਕਰ ਰਹੇ ਹਾਂ। ਤੇ ਜਿਹੜੀ ਬ੍ਰਿਟਿਸ਼ ਦੀ ਸਿਸਟਮ ਹੈ ਉਹਨੂੰ ਖਾਸ ਕਰਕੇ, ਹਾਲਾਂ ਅਮਰੀਕਾ ਨੂੰ ਅਸੀਂ ਡਿਫਰੈਂਟ ਥੋੜਾ ਬਹੁਤਾ ਕਹਿ ਸਕਦੇ ਹਾਂ, ਪਰ ਕੈਨੇਡਾ ਵਾਲੇ ਤੇ ਲਗਭਗ ਬ੍ਰਿਟਿਸ਼ ਸਿਸਟਮ ਨੂੰ ਹੀ ਅਡਾਪਟ ਕਰੀ ਬੈਠੇ। ਉਹ ਜਿਹਾ ਪਾਰਲੀਮੈਂਟਰੀ ਸਿਸਟਮ ਹੈ ਸਾਡੇ ਕੋਲ, ਉਸੇ ਤਰ੍ਹਾਂ ਦਾ ਸਾਰਾ ਕੁਝ ਚੱਲਦਾ। ਪਰ ਇਹਦੇ ਬਾਵਜੂਦ ਉੱਥੋਂ ਦੀ ਐਜੂਕੇਸ਼ਨ, ਕਿਉਂਕਿ ਦੁਨੀਆ ਦਾ ਨੰਬਰ 1 ਮੁਲਕ ਹੈ ਇੰਗਲਿਸ਼ ਬੋਲਣ ਵਾਲਾ ਵੀ ਭਾਰਤ। ਸਭ ਤੋਂ ਵੱਧ ਇੰਗਲਿਸ਼ ਜਿਹੜੀ ਆ ਭਾਰਤ ਦੇ ਲੋਕ ਬੋਲਦੇ ਨੇ, ਕਿਉਂਕਿ ਉੱਥੇ ਗਿਣਤੀ ਇੰਨੀ ਜ਼ਿਆਦਾ ਆ ਕਿ ਉਹ ਗਿਣਤੀ ਦੇ ਪੱਖ ਤੋਂ ਕੋਈ ਵੀ ਇੰਗਲਿਸ਼ ਸਪੀਕਿੰਗ ਕੰਟਰੀ ਤੋਂ ਵੱਧ ਭਾਰਤ ਦੇ ਲੋਕ ਬੋਲਦੇ ਨੇ। ਪਾਕਿਸਤਾਨ 'ਚ ਵੀ ਅੱਛੀ ਭਲੀ ਜਿਹੜੇ ਐਲੀਟ ਕਲਾਸ ਨੇ, ਜਿਹੜੇ ਲੋਕ ਡਾਕਟਰ ਬਣਦੇ, ਇੰਜੀਨੀਅਰ ਬਣਦੇ ਨੇ, ਉਹ ਅੱਛੇ ਚੰਗੇ ਸਕੂਲਾਂ ਦੇ ਪੜ੍ਹੇ ਔਰ ਇੰਗਲਿਸ਼ ਜਿਹੜੀ ਆ ਉਹਨੂੰ ਬਾਖੂਬੀ ਬੋਲ ਲੈਂਦੇ ਨੇ। ਤੇ ਇਹ ਵੀ ਕੋਈ ਬੈਰੀਅਰ ਨਹੀਂ ਹੋ ਸਕਦਾ, ਹਰਡਲ ਨਹੀਂ ਹੋ ਸਕਦੀ ਕਿ ਜਿਹੜਾ ਸਪੀਕਿੰਗ ਵਿੱਚ ਜਾਂ ਸਮਝਣ ਵਿੱਚ ਕੋਈ ਮੁਸ਼ਕਲ ਉਹਨਾਂ ਲੋਕਾਂ ਨੂੰ ਆ ਰਹੀ ਆ। ਜੇ ਅਮਰੀਕਾ ਨੂੰ ਵੀ ਵੇਖੀਏ ਤੇ 1/3 ਤੋਂ ਵੱਧ ਡਾਕਟਰ ਜਿਹੜੇ ਨੇ ਉਹ ਜਿਹੜੇ ਆ ਉਹ ਇੰਡੀਅਨ ਤੇ ਪਾਕਿਸਤਾਨ ਮੂਲ ਦੇ ਉੱਥੇ ਡਾਕਟਰ ਨੇ, ਔਰ ਟੌਪ ਦੇ ਸਪੈਸ਼ਲਿਸਟ ਡਾਕਟਰ ਜਿਹੜੇ ਆ ਉਹ ਗਿਣੇ ਜਾਂਦੇ ਨੇ। ਇਹ ਗਿੱਲ ਸਾਹਿਬ ਤੁਸੀਂ ਗੱਲ ਬੜੀ ਵਾਜਬ ਕਹੀ ਆ। ਇਹ ਉਸ ਗੱਲ ਨਾਲ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਉਹਦੇ ਨਾਲ ਜੁੜਦੀ ਆ। ਇਹਨੂੰ ਤੁਸੀਂ ਇਦਾਂ ਕਹੋ ਨਾ ਵੀ ਜਿਹੜੇ ਮਲਕਾ ਦੇ ਅਧੀਨ ਮੁਲਕ ਰਹੇ ਆ, ਜਿਨ੍ਹਾਂ ਨੂੰ ਅਸੀਂ ਕਾਮਨਵੈਲਥ ਕੰਟਰੀਜ਼ ਕਹਿੰਦੇ ਆ ਨਾ, ਜੀ, ਉਹਨਾਂ ਦਾ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲਦਾ ਹੈਗਾ ਜੋ ਮਲਕਾ ਦੇ ਰਾਜ ਦੇ ਵਿੱਚ ਚੱਲਦਾ ਸੀਗਾ ਨਾ। ਤੁਸੀਂ ਠੀਕ ਕਿਹਾ ਹੈਗਾ ਕਿ ਸਾਡੇ ਜਿਹੜਾ ਪੁਲਿਸ ਦਾ ਸਿਸਟਮ ਹੈਗਾ, ਜੇਲ੍ਹਾਂ ਦਾ ਸਿਸਟਮ ਹੈਗਾ, ਕਚਹਿਰੀਆਂ ਦਾ ਸਿਸਟਮ ਹੈਗਾ, ਉਹ ਸਾਰੇ ਦਾ ਸਾਰਾ ਉਸੇ ਤਰ੍ਹਾਂ ਚੱਲ ਰਿਹਾ ਹੈਗਾ। ਔਰ ਜਿਹੜੀ ਐਜੂਕੇਸ਼ਨ ਆ ਉਸੇ ਪੈਟਰਨ ਤੇ ਚੱਲਦੀ ਆ। ਔਰ ਇਹ ਮੈਂ ਘਾਟ ਮਹਿਸੂਸ ਇਹ ਕਰਦਾ ਹਾਂ ਬਈ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੰਪਲੈਕਸ ਆ, ਜਾਂ ਸਾਡੀ ਚੇਤਨਾ ਦੀ ਘਾਟ ਹੈਗੀ ਆ, ਜਾਂ ਸਾਡੀ ਕੋਈ ਬਜਵੀਂ ਜਿਹੜੀ ਆ ਕੋਈ ਆਰਗੇਨਾਈਜੇਸ਼ਨਲ ਸਟਰੈਂਥ ਹੈ ਨਹੀਂ ਗੀ ਕਿ ਇਹਨਾਂ ਗੱਲਾਂ ਦਾ। ਇਹ ਮੇਰਾ ਖਿਆਲ ਆ ਵੀ ਜੇ ਕੀਤਾ ਜਾਵੇ ਤੇ ਇਹ ਗੱਲ ਜਿਹੜੀ ਆ ਉਹ ਸਿਰੇ ਚੜ੍ਹ ਸਕਦੀ ਆ, ਕਿਉਂਕਿ ਇਹ ਬੜੀ ਵਾਜਬ ਗੱਲ ਆ। ਇਹਦੇ ਲਈ ਜਿੰਨੇ ਲੋਕ ਵੀ ਕਾਮਨਵੈਲਥ ਕੰਟਰੀਜ਼ ਤੋਂ ਆਉਂਦੇ ਹੈਗੇ ਆ, ਹੁਣ ਦੇਖੋ ਨਾ ਵਕਾਲਤ ਵੀ ਕਨਸਟੀਟਿਊਸ਼ਨ ਉਸੇ ਤਰ੍ਹਾਂ ਹੀ ਆ, ਮਤਲਬ ਸਾਰੇ ਜਿਹੜੇ ਇਹ ਚੱਲਦੇ ਆ ਥੋੜੇ ਬਹੁਤੇ ਫਰਕ ਨਾਲ। ਤੋਂ ਇਹ ਗੱਲ ਜਿਹੜੀ ਆ ਉਹ ਉੱਠਣੀ ਚਾਹੀਦੀ ਆ ਔਰ ਇਹ ਗੱਲ ਸਿਰੇ ਚੜ੍ਹਨੀ ਚਾਹੀਦੀ ਆ ਬਈ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ, ਉਹਨਾਂ ਨੇ ਜਿਹੜਾ ਕੰਮ ਕੀਤਾ ਹੈਗਾ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ, ਉਹਦਾ ਇੱਥੇ ਜ਼ਰੂਰ ਮੁੱਲ ਪੈਣਾ ਚਾਹੀਦਾ। ਔਰ ਮੈਂ ਤਾਂ ਸਗੋਂ ਇਸ ਚੈਨਲ ਰਾਹੀਂ, ਆਪਣੇ ਰਾਹੀਂ, ਪ੍ਰੋਗਰਾਮ ਰਾਹੀਂ ਵੀ ਇਹ ਬੇਨਤੀ ਕਰਾਂਗਾ ਬਈ ਸਾਡੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ, ਹੈਲਥ ਮਿਨਿਸਟਰ ਆ, ਉਹ ਵੀ, ਔਰ ਬਲਕਿ
ਜਿਹੜੇ ਕਾਮਨਵੈਲਥ ਕੰਟਰੀਜ਼ ਤੋਂ, ਉਹ ਭਾਵੇਂ ਭਾਰਤ ਤੋਂ ਆਏ ਹੋਣ, ਭਾਵੇਂ ਪਾਕਿਸਤਾਨ ਤੋਂ ਆਏ ਹੋਣ, ਬੰਗਲਾਦੇਸ਼ ਤੋਂ ਆਏ ਹੋਣ। ਤੇ ਦੂਜੀ ਗੱਲ ਜਿਹੜੀ ਗਿੱਲ ਸਾਹਿਬ, ਇੱਕ ਐਜੂਕੇਸ਼ਨ ਦੀ ਹੈ ਨਾ, ਮੈਂ ਵੀ ਇੱਥੇ ਸਕੂਲ 'ਚ ਵੀ ਥੋੜੀ ਦੇਰ ਕੰਮ ਕੀਤਾ ਸੀਗਾ। ਉਹ ਜੀ ਇਹ ਆ ਬਈ ਮੈਥੇਮੈਟਿਕਸ ਤੇ ਜਿਹੜੀ ਸਾਇੰਸ ਹੈਗੀ ਆ, ਖਾਸ ਕਰਕੇ ਫਿਜ਼ਿਕਸ, ਇਹਦੇ ਵਿੱਚ ਸਾਡੇ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਦੇ ਬੱਚੇ ਆ ਨਾ, ਇਹ ਸਾਰੀ ਦੁਨੀਆ ਦੇ ਵਿੱਚ ਆਊਟਸਟੈਂਡਿੰਗ ਨੇ। ਮੇਰੇ ਕੋਈ ਦੋਸਤ ਆਸਟ੍ਰੇਲੀਆ ਦੇ ਵਿੱਚ ਚਲੇ ਗਏ, ਉਹਨਾਂ ਚੋਂ ਇੱਕ ਮੈਥੇਮੈਟਿਕਸ ਦੇ ਪ੍ਰੋਫੈਸਰ ਸੀਗੇ, ਇੱਕ ਸੀਗੇ ਫਿਜ਼ਿਕਸ ਦੇ। ਉਹਨਾਂ ਨੇ ਦੱਸਿਆ ਬਈ ਜਿਹੜੇ ਅਸੀਂ ਸਟੂਡੈਂਟਸ ਨੂੰ ਪੜ੍ਹਾਉਂਦੇ ਆ ਨਾ, ਉਹਨਾਂ ਵਿੱਚ ਇਹਨਾਂ ਸਬਜੈਕਟਾਂ ਦੇ ਜਿਹੜੇ ਬੈਸਟ ਸਟੂਡੈਂਟ ਨੇ, ਉਹ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਚਾਈਨਾ, ਵੀਅਤਨਾਮ, ਇਹਨਾਂ ਮੁਲਕਾਂ ਦੇ ਜਿਹੜੇ ਆ, ਉਹ ਉਹਨਾਂ ਦੇ ਇਹ ਸਬਜੈਕਟ ਜਿਹੜੇ ਆ, ਉਹ ਦੂਜਿਆਂ ਨਾਲੋਂ ਦੂਜਿਆਂ ਦੇ ਮੁਕਾਬਲੇ ਤੇ ਕਿਤੇ ਮਜ਼ਬੂਤ ਨੇ। ਸੋ ਇਹ ਗੱਲ ਜਿਹੜੀ ਆ ਨਾ ਬਈ, ਹੁਣ ਕਿਉਂਕਿ ਇੰਡੀਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਇਹ ਗਰੀਬ ਮੁਲਕ ਨੇ ਤੇ ਡਿਵੈਲਪਿੰਗ ਕੰਟਰੀਜ਼ ਨੇ, ਤੇ ਇਹ ਮੰਨ ਕੇ ਬਈ ਜਿਹੜੇ ਡਿਵੈਲਪਡ ਕੰਟਰੀਜ਼ ਆ, ਉਹ ਭਾਵੇਂ ਕੈਨੇਡਾ ਹੋਵੇ, ਭਾਵੇਂ ਅਮਰੀਕਾ ਹੋਵੇ, ਭਾਵੇਂ ਆਸਟ੍ਰੇਲੀਆ ਹੋਵੇ, ਬਈ ਸਾਡਾ ਸਾਰਾ ਕੁਛ ਹੀ ਉਹਨਾਂ ਨਾਲੋਂ ਪਿੱਛੇ ਆ। ਇਹ ਗੱਲ ਬਿਲਕੁਲ ਨਹੀਂ ਹੈ। ਇਹ ਭਾਰਤ ਦੇ ਜਾਂ ਇਹਨਾਂ ਦੇਸ਼ਾਂ ਦੇ, ਕਿਉਂਕਿ ਅਸੀਂ ਭਾਰਤ ਨਾਲ ਵਾਬਸਤਾ ਆ, ਜਿਹੜੇ ਇੰਜੀਨੀਅਰ ਨੇ, ਜਿਹੜੇ ਡਾਕਟਰ ਨੇ, ਉਹ ਦੁਨੀਆ ਭਰ ਦੇ ਵਿੱਚ ਸਾਇੰਟਿਸਟ ਨੇ ਜਿਹੜੇ, ਉਹ ਆਪਣੇ ਆਊਟਸਟੈਂਡਿੰਗ ਨੇ ਉਹ। ਸੋ ਇਸ ਕਰਕੇ ਇਹ ਆਵਾਜ਼ ਜਿਹੜੀ ਆ ਜ਼ਰੂਰ ਇਹਨਾਂ ਲੋਕਾਂ ਨੂੰ ਉਠਾਉਣੀ ਚਾਹੀਦੀ ਆ ਕਿ ਜੀ ਬ੍ਰਿਜਿੰਗ ਕੋਰਸ ਕਰੋ, ਸਾਡੇ ਐਕਸਪੀਰੀਅੰਸ ਨੂੰ, ਸਾਡੀ ਐਜੂਕੇਸ਼ਨ ਨੂੰ ਤੁਸੀਂ ਮਾਨਤਾ ਦਿਓ। ਬਿਲਕੁਲ ਜੀ, ਬਿਲਕੁਲ। ਨਾਲੇ ਜਦੋਂ ਇਮੀਗ੍ਰੇਸ਼ਨ ਹੁੰਦੀ ਆ, ਉਹਨੂੰ ਜਦੋਂ ਅਸੈਸ ਕਰਦੇ ਆ ਤੇ ਕੁਆਲੀਫਿਕੇਸ਼ਨ ਉਸ ਦੇ ਆਧਾਰ ਤੇ ਕੀਤਾ ਜਾਂਦਾ ਹੈ, ਤੇ ਇੱਥੇ ਲਿਆ ਕੇ ਉਹਨੂੰ ਜਨਰਲ ਲੇਬਰ 'ਚ ਪਾ ਦਿੱਤਾ ਜਾਂਦਾ। ਇਹ ਮੁੱਦਾ ਕਈ ਵਾਰ ਉੱਠਿਆ, ਕਈ ਵਾਰ ਗੱਲ ਬਣੀ, ਪਰ ਕੋਈ ਵਿਧੀਵਤ ਢੰਗ ਨਾਲ ਨਾ ਤੇ ਕੋਈ ਪ੍ਰੈਸ਼ਰ ਗਰੁੱਪ ਐਸਾ ਬਣ ਸਕਿਆ, ਤੇ ਨਾ ਹੀ ਗਵਰਨਮੈਂਟ ਨੇ ਇਸ ਪਾਸੇ ਕੋਈ ਬਹੁਤ ਜ਼ਿਆਦਾ ਧਿਆਨ ਦਿੱਤਾ। ਜਿੱਥੋਂ ਤੱਕ ਤੁਸੀਂ ਕਹਿ ਰਹੇ ਨਾ ਸਰ, ਵਿਤਨਾਮ ਤੇ ਚਾਈਨਾ ਦੀ ਗੱਲ, ਮੈਂ ਮੰਨਦਾ ਦੁਨੀਆ ਦੇ ਹਰ ਕੋਨੇ 'ਚ ਐਕਸਪਰਟ ਮੌਜੂਦ ਨੇ, ਜਰਮਨ 'ਚ ਨੇ, ਫ੍ਰੈਂਚ 'ਚ ਨੇ, ਸਾਰੀ ਜਗ੍ਹਾ ਨੇ। ਪਰ ਜਿਹੜੀ ਮੈਂ ਗੱਲ ਉਠਾਉਣੀ ਚਾਹ ਰਿਹਾ ਸੀ, ਉਹ ਇਹ ਹੈ ਖਾਸ ਕਰਕੇ ਜਿਹੜਾ ਲੈਂਗੁਏਜ ਬੈਰੀਅਰ ਹੁੰਦਾ, ਤੇ ਲੈਂਗੁਏਜ ਬੈਰੀਅਰ ਜਿਹੜਾ ਵਾ ਭਾਰਤੀ ਮੂਲ ਦੇ ਲੋਕਾਂ ਤੇ ਇੰਗਲਿਸ਼ ਦਾ ਨਹੀਂ ਹੋ ਸਕਦਾ, ਕਿਉਂਕਿ ਵਿਤਨਾਮ ਦਾ ਮੈਨੂੰ ਪਤਾ ਨਹੀਂ, ਚਾਈਨਾ ਦਾ ਵੀ ਆਪਾਂ ਜਾਣਦੇ ਹਾਂ ਕਿ ਥੋੜਾ ਇੰਗਲਿਸ਼ ਘੱਟ ਹੈ, ਪਰ ਜਿਹੜੇ ਪਾਕਿਸਤਾਨ, ਇੰਡੀਆ, ਖਾਸ ਕਰਕੇ ਜਿਹੜਾ ਏਸ਼ੀਆ ਦਾ ਇਹ ਪਾਰਟ ਆ, ਉਹਦੇ ਵਿੱਚ ਤੇ ਟੋਟਲੀ, ਕਿਉਂਕਿ ਬ੍ਰਿਟਿਸ਼ ਦੇ ਸਿਸਟਮ ਨਾਲ ਅਸੀਂ ਸਭ ਕੁਝ ਸਿੱਖਿਆ ਪੜ੍ਹਿਆ ਆ, ਤੇ ਉੱਥੇ ਤੇ ਅੰਗਰੇਜ਼ੀ ਸਕੂਲਾਂ ਦਾ ਚੱਲਣ ਪਹਿਲੀ ਤੋਂ ਹੋ ਗਿਆ, ਸਗੋਂ ਆਪਣੀਆਂ ਭਾਸ਼ਾਵਾਂ ਨੂੰ ਪਿੱਛੇ ਛੱਡ ਕੇ ਅਸੀਂ ਉਸ ਪਾਸੇ ਸ਼ੁਰੂ ਹੋ ਗਏ, ਔਰ ਕਿਉਂਕਿ ਇੰਟਰਨੈਸ਼ਨਲ ਲੈਂਗੁਏਜ ਦੇ ਤੌਰ ਤੇ ਇਹਨੂੰ ਐਕਸੈਪਟ ਕਰ ਲਿਆ, ਤੇ ਇਹ ਵੀ ਬੈਰੀਅਰ ਕੋਈ ਹੈ ਨਹੀਂ ਆ। ਤੇ ਰਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੈਥੇਮੈਟਿਕਸ, ਤੇ ਇਹ ਗੱਲ ਹੈ, ਵੇਖੋ ਹਰ ਫੀਲਡ 'ਚ ਮੈਂ ਬਹੁਤ ਸਾਰੇ ਘੱਟੋ ਘੱਟ 3-4 ਐਸੇ ਲੋਕਾਂ ਨੂੰ ਜਾਣਦਾ ਜਿਹੜੇ ਇੰਗਲੈਂਡ 'ਚ ਰਹਿ ਕੇ ਗੋਰਿਆਂ ਨੂੰ ਅੰਗਰੇਜ਼ੀ ਪੜ੍ਹਾ ਰਹੇ ਆ, ਮਤਲਬ ਭਾਰਤੀ ਮੂਲ ਦੇ ਲੋਕ ਨੇ, ਔਰ ਉੱਥੇ ਯੂਨੀਵਰਸਿਟੀਆਂ 'ਚ ਇੰਗਲਿਸ਼ ਦੇ ਪ੍ਰੋਫੈਸਰ ਨੇ। ਬਾਕੀ ਰਹੀ ਗੱਲ ਜਿਹੜੀਆਂ ਬਾਕੀ ਲੈਂਗੁਏਜਸ ਨੇ, ਜਿੱਦਾਂ ਹੁਣ ਪੰਜਾਬੀ ਦੀ ਗੱਲ ਕਰ ਰਹੀਏ, ਤੁਹਾਡਾ ਖਿੱਤਾ ਸੀਗਾ, ਤੁਹਾਡਾ ਮਤਲਬ ਪੇਸ਼ਾ ਸੀਗਾ, ਤੇ ਇਹਨਾਂ ਮੁਲਕਾਂ ਨੂੰ ਤੇ ਕਿਉਂਕਿ ਇਮੀਗ੍ਰੇਸ਼ਨ ਹੋ ਕੇ ਲੋਕ ਪੰਜਾਬੀ ਮੂਲ ਦੇ ਇੱਥੇ ਆ ਰਹੇ, ਲਗਾਤਾਰ ਆ ਰਹੇ ਆ, ਗਿਣਤੀ ਵੱਧ ਰਹੀ ਆ, ਤੇ ਇਹਨਾਂ ਦੀ ਐਕਸਪਰਟਿਜ਼ ਦਾ ਵੀ ਫਾਇਦਾ ਉਠਾਉਣਾ ਚਾਹੀਦਾ ਕਿਤੇ ਨਾ ਕਿਤੇ, ਕੋਈ ਨਾ ਕੋਈ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਇਨਵੋਲਵ ਕਰਕੇ ਉਹਨਾਂ ਭਾਸ਼ਾਵਾਂ ਦੇ ਵਿਕਾਸ ਲਈ, ਜਾਂ ਨਵੇਂ ਆਏ ਲੋਕਾਂ ਨੂੰ ਮਤਲਬ ਕੈਟਰ ਕਰਨ ਲਈ, ਉਹਨਾਂ ਲੋਕਾਂ ਦੀ ਐਕਸਪਰਟਿਜ਼ ਦਾ, ਜਿਹੜੇ ਤੁਹਾਡੇ ਵਰਗੇ ਲੋਕ ਆਏ ਆ, ਉੱਥੇ ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਰਹੇ ਆ, ਉਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ। ਬਿਲਕੁਲ ਠੀਕ ਆ ਜੀ। ਇਹ ਆਪਣਾ ਕੈਬਨਿਟ ਤੋਂ ਜਿਹੜਾ ਆਪਣਾ ਵਿਸ਼ਾ ਹੈਗਾ, ਉਹ ਬਹੁਤ ਵਿਸ਼ਾਲ ਹੋ ਗਿਆ, ਮਤਲਬ ਜਿਹਦੇ ਵਿੱਚ ਹੋਰ ਵੀ ਇਹ ਕੋਈ ਗੈਰ ਪ੍ਰਸੰਗਿਕ ਨਹੀਂ ਹੈ, ਇਹ ਰੈਲੇਵੈਂਟ ਨਹੀਂ ਹੈ, ਇਹ ਦਿਸ ਇਜ਼ ਵੈਰੀ ਮੱਚ ਰੈਲੇਵੈਂਟ। ਔਰ ਇਹਨਾਂ ਗੱਲਾਂ ਦੇ ਉੱਤੇ ਜਿਹੜੀ ਆ ਉਹ ਵਿਚਾਰ ਹੋਣੀ ਚਾਹੀਦੀ ਆ, ਔਰ ਹੋ ਸਕਦਾ ਵੀ ਸਾਨੂੰ ਸੁਣ ਕੇ ਕੁਝ ਲੋਕ ਜਿਹੜੇ ਆ ਉਹ ਇੱਧਰਲੇ ਪਾਸੇ ਨੂੰ ਕੁਝ ਉਦਮ ਕਰਨ, ਤੇ ਉਦਮ ਕਰਨ ਲਈ ਜਿਹੜੇ ਲੋਕ ਹੈਗੇ ਆ, ਜਿਨ੍ਹਾਂ ਦਾ ਕੋਈ ਕੰਸਰਨ ਹੁੰਦਾ ਹੈਗਾ, ਜਿਨ੍ਹਾਂ ਦਾ ਕੋਈ ਦੁੱਖ ਹੁੰਦਾ ਹੈਗਾ, ਉਹੀ ਅੱਗੇ ਆਉਂਦੇ ਹੁੰਦੇ ਆ। ਸੋ ਮੈਨੂੰ ਬੜੀ ਵਾਰੀ ਮਹਿਸੂਸ ਹੁੰਦਾ ਜਦੋਂ ਮੈਂ ਕਿਸੇ ਡਾਕਟਰ ਨੂੰ ਟਰੱਕ ਚਲਾਉਂਦਾ ਦੇਖਦਾ, ਜਾਂ ਕਿਸੇ ਇੰਜੀਨੀਅਰ ਨੂੰ ਟਰੱਕ ਚਲਾਉਂਦਾ ਦੇਖਦਾ ਆ, ਤੇ ਮੈਂ ਇਹ ਨਹੀਂ ਕਹਿੰਦਾ ਵੀ ਟਰੱਕਿੰਗ ਕੋਈ ਮਾੜਾ ਪ੍ਰੋਫੈਸ਼ਨ ਹੈ, ਮੈਂ ਕਿਸੇ ਵੀ ਕਿੱਤੇ ਨੂੰ, ਪਰ
ਉਹਦੀ ਯੋਗਤਾ ਦੇ ਮੁਤਾਬਕ ਜਿਹੜਾ ਹੈ ਨਾ ਜੀ, ਉਹ ਨਹੀਂ ਹੈ ਕਿ ਨਹੀਂ, ਇੱਕ ਕੰਟਰੀ ਨੂੰ ਸਰ ਉਹਨਾਂ ਦੇ ਸਕਿੱਲ ਤੋਂ ਫਾਇਦਾ ਉਠਾਉਣਾ ਚਾਹੀਦਾ। ਜੇ ਸਕਿਲਡ ਹਾਂ, ਕਰਕੇ ਬਿਲਕੁਲ ਉਹਨਾਂ ਨੂੰ ਲੈ ਬਿਲਕੁਲ। ਕੇ ਆਂਦਾ ਆ ਤੇ ਇੱਥੋਂ ਦੇ ਭਾਈਚਾਰੇ ਨੂੰ, ਇੱਥੋਂ ਦੀ ਸਰਕਾਰ ਨੂੰ ਉਹਨਾਂ ਦੀ ਸਕਿੱਲ ਤੋਂ ਜਿਹੜਾ ਉਹ ਫਾਇਦਾ ਲੈਣਾ ਚਾਹੀਦਾ। ਉਹਦਾ ਤੇ ਜੋ ਬੈਨੀਫਿਟ ਹੋਣਾ, ਉਹ ਤੇ ਕਮਾ ਰਿਹਾ, ਟਰੱਕ ਚਲਾ ਕੇ ਸ਼ਾਇਦ ਜ਼ਿਆਦਾ ਹੀ ਕਮਾ ਰਿਹਾ ਹੋਵੇ, ਪਰ ਜੇਕਰ ਉਹਦੀ ਸਕਿੱਲ ਨੂੰ ਯੋਗ ਜਗ੍ਹਾ ਤੇ ਵਰਤਿਆ ਜਾਵੇ ਤੇ ਉਹ ਜ਼ਿਆਦਾ ਐਫੀਸ਼ੀਐਂਟਲੀ ਜਿਹੜਾ ਉਹ ਕੰਟਰੀ ਵਾਸਤੇ ਲਾਹੇਵੰਦਾ ਹੋ ਸਕਦਾ। ਮੈਂ ਤੁਹਾਨੂੰ ਇੱਕ ਦੋ ਤਿੰਨ ਮਿਸਾਲਾਂ ਦੇ ਸਕਦਾ। ਮੇਰੇ ਘਰ ਇੱਕ ਡਾਕਟਰ ਰਹਿ ਕੇ ਗਏ ਨੇ। ਉਹ ਡਾਕਟਰ ਸਾਹਿਬ ਜਿਹੜੇ ਆ ਉਹ ਹਿੰਦੂ ਕਾਲਜ ਅੰਮ੍ਰਿਤਸਰ ਦੇ ਪੜ੍ਹੇ ਸੀਗੇ, ਇੱਕ ਸਧਾਰਨ ਪਰਿਵਾਰ ਚੋਂ ਸੀਗੇ, ਔਰ ਹਿੰਦੂ ਕਾਲਜ ਨੇ ਉਹਨਾਂ ਦੀ ਲਿਆਕਤ ਵੇਖਦੇ ਹੋਏ ਪੂਰੀਆਂ ਉਹਨਾਂ ਨੂੰ ਜਿਹਨੂੰ ਕਹਿੰਦੇ ਸਟਾਈਫਨ ਦੇ ਕੇ ਫ੍ਰੀ ਪੜ੍ਹਾਇਆ। ਮੈਡੀਕਲ ਕਾਲਜ ਦੇ ਵਿੱਚ ਇੰਟਰੀ ਵਾਸਤੇ ਉਹ ਟੌਪ ਕੀਤੇ, ਮੈਡੀਕਲ ਕਾਲਜ ਜਦੋਂ ਛੱਡਿਆ ਉੱਥੋਂ ਟੌਪ ਕੀਤੇ। ਤੇ ਉਹ ਵਿਅਕਤੀ ਮੇਰੇ ਕੋਲ ਇੱਥੇ 4.5 ਸਾਲ ਰਹਿ ਕੇ ਗਏ ਨੇ ਮੇਰੇ ਨਾਲ, ਘਰ ਸ਼ੇਅਰ ਕਰਕੇ। ਤੇ ਉਹ ਵਿਅਕਤੀ ਅੱਜ ਵੀ ਸਿਕਿਉਰਿਟੀ ਕਰ ਰਹੇ ਨੇ। ਮਤਲਬ ਇੱਕ ਤਾਂ ਏਜ ਫੈਕਟਰ ਹੋ ਜਾਂਦਾ, ਜਦੋਂ ਵਿਅਕਤੀ 50 ਦੇ ਨੇੜੇ ਪਹੁੰਚ ਜਾਂਦਾ ਉਹਨੂੰ ਲੱਗਦਾ ਯਾਰ ਹੁਣ ਬਹੁਤਾ ਸਮਾਂ ਰਹਿ ਨਹੀਂ ਗਿਆ, ਮੈਂ ਇੰਨੀ ਐਫਰਟ ਨਹੀਂ ਕਰ ਸਕਦਾ ਕਿ ਉਸ ਝੰਜਟ 'ਚ ਪਾਵਾਂ, ਤੇ ਉਹ ਬੰਦਾ ਉੱਥੇ ਕਿਤੇ ਸੈਟੀਸਫਾਈ ਹੋ ਜਾਂਦਾ। ਤੁਹਾਨੂੰ ਯਾਦ ਹੋਣਾ 4-5 ਸਾਲ ਪਹਿਲਾਂ, ਜਾਂ ਤੋਂ ਥੋੜਾ ਸਮਾਂ ਵੱਧ ਹੋ ਗਿਆ ਹੋਵੇ, ਇੱਕ ਖਬਰ ਬੜੀ ਚਰਚਾ 'ਚ ਰਹੀ ਸੀ ਕਿ ਕੈਨੇਡਾ ਦੀ ਦਿੱਲੀ ਤੋਂ ਕੈਨੇਡਾ ਜਿਹੜੀ ਆਉਂਦੀ ਆ ਫਲਾਈਟ, ਉਹਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਸੀ ਤੇ ਅਨਾਉਂਸਮੈਂਟ ਕੀਤੀ ਕੈਪਟਨ ਸਾਹਿਬ ਨੇ ਕਿ ਕੋਈ ਹੈਲਥ ਵਾਲਾ ਹੈ ਤਾਂ ਸਾਡੀ ਹੈਲਪ ਕਰੇ, ਕਿਉਂਕਿ ਉਹਦੀ ਲੇਡੀ ਦੀ ਡਿਲੀਵਰੀ ਹੋਣੀ ਸ਼ੁਰੂ ਹੋ ਗਈ। ਤੁਸੀਂ ਸੋਚੋ ਕਿ ਹਵਾਈ ਜਹਾਜ਼ ਦੇ ਵਿੱਚ ਕੋਈ ਇੰਸਟਰੂਮੈਂਟ ਨਹੀਂ ਹੈ ਮੈਡੀਕਲ, ਕੋਈ ਮੈਡੀਸਨ ਨਹੀਂ ਹੈ ਐਸੀ, ਕੋਈ ਇਕਵਿਪਮੈਂਟ ਨਹੀਂ ਹੈ, ਤੇ ਇੱਕ ਡਾਕਟਰ ਸੀਗਾ ਇੰਡੀਅਨ ਜਿਹਨੇ ਉਹ ਬੇਟੇ, ਉਹ ਜਿਹੜੀ ਲੇਡੀ ਸੀ ਉਹਨੂੰ ਸੰਭਾਲਿਆ, ਉਹਦਾ ਸਹੀ ਤਰੀਕੇ ਨਾਲ ਉਹਦੀ ਡਿਲੀਵਰੀ ਹੋਈ, ਉਹਦੀ ਬੜੀ ਐਪਰੀਸ਼ੀਏਸ਼ਨ ਹੋਈ ਇੱਥੇ। ਤੇ ਉਹ ਵਿਅਕਤੀ ਵੀ ਮੈਨੂੰ ਪਤਾ ਹੈ ਕਿ ਟਰੱਕ ਹੀ ਚਲਾਉਂਦਾ ਇੱਥੇ। ਨਹੀਂ, ਅਸੀਂ ਤਾਂ ਇਸ ਗੱਲ ਨਾਲ ਸਹਿਮਤ ਹਾਂ। ਮੈਂ ਵੀ ਮੇਰੇ ਇੱਕ ਜਾਣੂ ਹੈਗੇ ਆ ਡਾਕਟਰ, ਹਾਂਜੀ ਤੇ ਉਹ ਇਸੇ ਤਰ੍ਹਾਂ ਮਤਲਬ ਜਿਹੜੇ ਇਸ ਕਿਸਮ ਦੇ ਜੌਬ ਹੈਗੇ ਆ, ਯਾਨੀ ਕਿ ਉਹਨਾਂ ਦੀ ਜਿਹੜੀ ਸਕਿੱਲ ਹੈਗੀ ਆ, ਬਤੌਰ ਡਾਕਟਰ, ਬਤੌਰ ਇੰਜੀਨੀਅਰ, ਬਤੌਰ ਕੋਈ ਹੋਰ ਜਿਹੜਾ ਉਹਦਾ ਪ੍ਰੋਫੈਸ਼ਨ ਹੈਗਾ, ਉਹ ਨਹੀਂ ਵਰਤੀ ਜਾ ਰਹੀ। ਔਰ ਇਹ ਜ਼ਰੂਰ ਮਸਲਾ ਜਿਹੜਾ ਨਾ ਇਹ ਉੱਠਣਾ ਚਾਹੀਦਾ ਆ, ਔਰ ਹੁਣ ਇਹ ਚੇਤਨਤਾ ਜਿਹੜੀ ਆ ਉਹ ਵੀ ਆਉਣੀ ਚਾਹੀਦੀ ਆ। ਪਰ ਇੱਕ ਦੂਜੇ ਬੰਨੇ ਇਹ ਆ ਨਾ ਜੀ, ਜਿਹੜਾ ਇਹ ਸਾਡਾ ਕੈਪੀਟਲ ਸਿਸਟਮ ਹੈਗਾ, ਕੈਪੀਟਲਿਸਟ ਸਿਸਟਮ, ਇਹ ਬੰਦੇ ਨੂੰ ਰੁਝਾ ਹੀ ਇੰਨਾ ਦਿੰਦਾ ਆ, ਰੁਝੇਵਾਂ ਹੀ ਉਹਦਾ ਇੰਨਾ ਕਰ ਦਿੰਦਾ ਆ ਵੀ ਉਹ ਫਿਰ ਹੋਰ ਕਿਸੇ ਪਾਸੇ ਕੁਝ ਸੋਚਣ ਜੋਗਾ ਰਹਿੰਦਾ ਨਹੀਂ। ਮੈਂ ਤੁਹਾਨੂੰ ਉਦਾਹਰਨ ਦੇਣਾ ਵੀ ਕੁਝ ਸਾਲ ਪਹਿਲਾਂ ਨਾ ਇੱਕ ਇੱਥੇ ਆਰਗੇਨਾਈਜੇਸ਼ਨ ਬਣੀ ਸੀਗੀ ਕਿ ਜਿਨ੍ਹਾਂ ਨੇ ਕਿਹਾ ਬਈ ਇਹ ਜਿਹੜੀਆਂ ਇੰਪਲੋਇਮੈਂਟ ਏਜੰਸੀਆਂ ਹੈਗੀਆਂ ਉਹ ਬੜੀ ਲੁੱਟ ਕਰਦੀਆਂ ਹੈਗੀਆਂ, ਫਿਰ ਜਿਹੜੀ ਇੱਥੇ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਹੈਗੀ ਆ, ਉਹ ਬੜੀ ਮਹਿੰਗੀ ਆ। ਸੋ ਇਸ ਕਿਸਮ ਦੀਆਂ ਮੰਗਾਂ ਦੇ ਨਾਲ, ਤੇ ਮੇਰੇ ਲਾਗੇ ਇੱਕ ਮੁੰਡਾ ਮੇਰਾ ਸਟੂਡੈਂਟ ਹੀ ਸੀਗਾ, ਉਹ ਸਾਹਮਣੇ ਮੇਰੇ ਰਹਿੰਦਾ ਸੀਗਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਇਹ ਜਦੋਂ ਕੋਈ ਇਕੱਠ ਵੱਠ ਕਰਦੇ ਆ ਤੇ ਤੁਸੀਂ ਕਿਉਂ ਨਹੀਂ ਜਾਂਦੇ? ਉਹ ਕਹਿੰਦੇ ਜੀ ਜਾਣ ਦਾ ਇਹ ਆ ਬਈ ਅਸੀਂ ਇਹਨਾਂ ਨਾਲ ਸਹਿਮਤ ਆ ਕਿ ਇਹ ਗੱਲਾਂ ਜਿਹੜੀਆਂ ਇੱਥੇ ਹੋ ਰਹੀਆਂ ਇਹ ਜ਼ਿਆਦਤੀ ਆ, ਪਰ ਕੀ ਕਰੀਏ, ਅਸੀਂ ਘਰ ਦੀਆਂ ਕਿਸ਼ਤਾਂ ਦਿੰਦੇ ਆ, ਟਰੱਕ ਦੀਆਂ ਕਿਸ਼ਤਾਂ ਦਿੰਦੇ ਆ, ਕਾਰ ਦੀਆਂ ਕਿਸ਼ਤਾਂ ਦਿੰਦੇ ਆ, ਤੇ ਇਸ ਕਰਕੇ ਸਾਡੀ ਇਹ ਮਜਬੂਰੀ ਆ ਵੀ ਅਸੀਂ ਮੁਜ਼ਾਹਰੇ 'ਚ ਨਹੀਂ ਜਾ ਸਕਦੇ। ਮਤਲਬ ਕਿ ਜਿੱਥੇ ਲੋਕ ਇਕੱਠ ਕਰਦੇ ਆ ਉੱਥੇ ਨਹੀਂ ਜਾ ਸਕਦੇ। ਸੋ ਇਹ ਵੀ ਇੱਕ ਫੈਕਟਰ ਹੈਗਾ, ਪਰ ਇਹਦੇ ਬਾਵਜੂਦ ਵੀ ਆਵਾਜ਼ ਜਿਹੜੀ ਆ ਨਾ ਜੀ ਉਹ ਜ਼ਰੂਰ ਉੱਠਣੀ ਚਾਹੀਦੀ ਹੈ। ਬਿਲਕੁਲ ਜੀ, ਆਪਾਂ ਸਮਝਦੇ ਕਿ ਇੱਕ ਚੰਗਾ ਮੁਲਕ ਹੈ ਤੇ ਹਰ ਵਿਅਕਤੀ ਨੂੰ ਇਨਸਾਫ ਮਿਲਦਾ ਆ, ਹਰ ਵਿਅਕਤੀ ਨੂੰ ਅਪਰਚੂਨਿਟੀ ਮਿਲਦੀ ਆ, ਅੱਗੇ ਵਧਣ ਦਾ ਰਾਹ ਮਿਲਦਾ। ਆਪਾਂ ਹੁਣੇ ਗੱਲਾਂ ਕਰਦੇ ਹਟੇ ਆ ਕਿ ਕੈਬਨਿਟ ਵਿੱਚ ਅਸੀਂ ਪਹੁੰਚ ਸਕਦੇ ਹਾਂ, ਤੇ ਬਾਕੀ ਫੀਲਡ ਦੇ ਵਿੱਚ ਵੀ ਪਿੱਛੇ ਰਹਿਣ ਦਾ ਕੋਈ ਕਾਰਨ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਅੱਛਾ, ਇੱਕ ਦੋ ਗੱਲਾਂ ਭਾਰਤ ਦੀਆਂ ਕਰ ਲਈਏ, ਸਮਾਂ ਆਪਣਾ ਖਤਮ ਹੋਣ ਵਾਲਾ। ਇੱਕ ਤਾਂ ਦਿਨ ਚੜ੍ਹ ਗਿਆ ਜੀ ਉੱਥੇ, ਅੱਜ ਇੱਕ ਨਵੀਂ ਪਾਰਟੀ ਪੰਜਾਬ 'ਚ ਬਣਨ ਜਾ ਰਹੀ ਆ, ਕੈਪਟਨ ਅਮਰਿੰਦਰ ਸਿੰਘ ਰੀ ਨਵੀਂ ਪਾਰਟੀ ਅਨਾਉਂਸ ਕਰਨ ਜਾ ਰਹੇ ਆ। ਦੂਸਰਾ, ਅਰੂਸਾ ਆਲਮ ਨੂੰ ਲੈ ਕੇ ਜਿਸ ਤਰ੍ਹਾਂ ਦੀ ਉੱਥੇ ਕੰਟਰਾਵਰਸੀ ਚੱਲ ਰਹੀ ਆ, ਉਹ ਬੜੀ ਹਾਈਪ ਹੋਈ ਪਈ, ਉਸ ਗੱਲ ਨੂੰ ਲੈ ਕੇ ਬੜੀ ਵੱਡੀ ਖਬਰ ਬਣੀ ਪਈ ਆ। ਤੇ ਤੀਜੀ ਖਬਰ ਇੱਕ ਵੱਡੀ ਇਹ ਵੀ ਆ ਕਿ ਕੱਲ ਜਿਹੜਾ ਮੈਚ ਹੋਇਆ ਸੀਗਾ ਉਹ 'ਚ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਬੜੀ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਕੁਝ ਇੱਕ ਲੋਕ ਤੇ ਜਿਹੜੇ ਆ ਉਹ ਬੇਸ਼ਰਮ ਟਾਈਪ ਮੰਤਰੀਗਣ, ਉਹ ਜਿੱਦਾਂ ਦਾ ਹਰਿਆਣੇ 'ਚ ਵਿਜ ਹੈ, ਉਹਦੀ ਟਵੀਟ ਜਿਹੜੇ ਆਏ ਆ ਉਹ ਸ਼ਰਮਸਾਰ ਕਰਦੇ ਆ ਪੂਰੇ ਦੇ ਪੂਰੇ ਭਾਰਤ ਨੂੰ ਕਿ ਖੇਡ ਨੂੰ ਕਿਸ ਤਰ੍ਹਾਂ ਲਿਆ ਜਾਂਦਾ। ਪੰਜਾਬ ਵਿੱਚ ਭਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਘਟਨਾ ਹੋਈ ਸੀਗੀ, ਪਰ ਉਹਦੇ ਪਿੱਛੇ ਵੀ ਬਿਹਾਰੀ ਤੇ ਯੂਪੀ ਦੇ ਕੁਝ ਇੱਕ ਸਟੂਡੈਂਟ ਸੀ ਜਿਨ੍ਹਾਂ ਨੇ ਇਹ ਗਲਤੀ ਕੀਤੀ। ਪੰਜਾਬ ਦੇ ਲੋਕ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਦੇ।
ਕਸ਼ਮੀਰ ਦੇ ਵਿੱਚ ਵੀ ਕੁਝ ਜਗ੍ਹਾ ਤੇ ਇਦਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਜਿਨ੍ਹਾਂ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਆ ਉਹਨਾਂ ਦੇ ਉੱਤੇ ਕੇਸ ਦਰਜ ਹੋ ਰਿਹਾ। ਸੋ ਇਹ ਸਾਰੀਆਂ ਗੱਲਾਂ ਨੂੰ 2-4 ਮਿੰਟ ਸਮੇਟ ਸਕਦੇ ਹੋ ਤੇ ਸਮੇਟ ਲਓ। ਉਹਦੇ 'ਚ ਇਦਾਂ ਆ ਜੀ, ਜਿੱਥੋਂ ਤੱਕ ਤਾਂ ਪਾਰਟੀ ਬਣਨ ਦਾ ਸਵਾਲ ਆ, ਕੈਪਟਨ ਸਾਹਿਬ ਨੇ ਤਾਂ ਪਾਰਟੀ ਅਜੇ ਬਣਾਉਣੀ ਆ ਨਾ ਅੱਜ, ਤੇ ਉਹ ਮਲਕੀਤ ਸਿੰਘ ਬਿਰਮੀ ਨੇ ਇੱਕ ਬਣਾ ਹੀ ਦਿੱਤੀ ਆ। ਉਹਨੇ 117 ਹਲਕਿਆਂ ਦੇ ਉੱਤੇ ਬੰਦੇ ਇਕੱਠੇ ਕਰਨੇ ਆ, ਖੜੇ ਕਰਨੇ ਆ। ਹੋਰ ਵੀ ਕਈ ਜਿਹੜੇ ਆ ਉਹ ਲੋਕ ਪਰ ਤੋਲਦੇ ਫਿਰਦੇ ਆ, ਇਹ ਵੇਖ ਕੇ ਵੀ ਅਸੀਂ ਪਾਰਟੀ ਬਣਾ ਲਈਏ ਤੇ ਸਾਡੇ ਪਾਰਟੀ ਬਣਾਉਂਦਿਆਂ ਸਾਰ ਹੀ ਸਾਡਾ ਰਾਜ ਹੋ ਜਾਣਾ ਤੇ ਅਸੀਂ ਫਿਰ ਉੱਥੇ ਮੁੱਖ ਮੰਤਰੀ ਬਣ ਜਾਣਾ। ਇਹ ਪਾਰਟੀ ਦੀ ਅਨਾਉਂਸਮੈਂਟ ਜਿਹੜੀ ਹੈ ਜੀ, ਇਹ ਪਾਰਟੀ ਤਾਂ ਪਹਿਲਾਂ ਹੀ ਬਣਾਈ ਆ ਜੀ, ਤੁਹਾਨੂੰ ਪਤਾ ਹੋਣਾ। ਇਹਨਾਂ ਨੇ ਇੱਕ ਅਮਰਿੰਦਰ ਸਿੰਘ ਹੁਣਾਂ ਦੀ ਪਾਰਟੀ ਪਹਿਲਾਂ ਹੀ ਬਣੀ ਆ, ਪੰਜਾਬ ਵਿਕਾਸ ਪਾਰਟੀ, ਪੰਜਾਬ ਵਿਕਾਸ ਪਾਰਟੀ ਬਣੀ ਆ। ਬਹੁਤ ਵਿਕਾਸ ਕੀਤਾ ਜੀ ਉਹਨਾਂ। ਤੇ ਉਹਨਾਂ ਨੇ ਕਿੰਨਾ ਵਿਕਾਸ ਕਰ ਦਿੱਤਾ ਜੀ, ਮਤਲਬ। ਤੇ ਇਹ ਵੇਖੋ ਹੁਣ, ਤੇਲ ਵੇਖੋ, ਤੇਲ ਦੀ ਧਾਰ ਦੇਖੋ ਬਣਦੀ ਆ, ਤਾਂ ਫਿਰ ਕੱਲ ਨੂੰ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਜਿਹੜਾ ਅਰੂਸਾ ਵਾਲਾ ਮਸਲਾ ਉੱਠਿਆ ਨਾ ਜੀ, ਇਹਦੇ 'ਚ ਅਮਰਿੰਦਰ ਸਿੰਘ ਹੋਰਾਂ ਨੇ ਵੀ ਬੜੀ ਬਚਗਾਨਾ ਕਿਸਮ ਦੀਆਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਹੈਗੀਆਂ। ਇਹ ਤਾਂ ਦੇਖੋ ਬੜੀ ਵਾਜਬ ਗੱਲ ਹੈਗੀ ਆ ਕਿ ਇੱਕ ਦੂਜੇ ਦੇਸ਼ ਦੀ ਨਾਗਰਿਕ ਜਿਹੜੀ ਹੈਗੀ ਆ, ਜਿਹਦੇ ਬਾਰੇ ਇਹ ਵੀ ਕਿਹਾ ਜਾਂਦਾ ਵੀ ਸ਼ਾਇਦ ਉਹਨਾਂ ਦੀਆਂ ਜਿਹੜੀਆਂ ਪਾਕਿਸਤਾਨ ਦੀਆਂ ਏਜੰਸੀਆਂ ਉਹਨਾਂ ਨਾਲ ਵੀ ਸੰਬੰਧ ਹੋਣਗੇ, ਤੇ ਉਹ ਆ ਕੇ ਤੇ ਸਾਡੇ ਮੁੱਖ ਮੰਤਰੀ ਦੇ ਘਰ ਰਹਿ ਰਹੀ ਆ। ਤੇ ਅੰਤਰਰਾਸ਼ਟਰੀ ਜਿਹੜੇ ਆਪਣੇ ਭਾਰਤ ਦਾ ਇਹ ਕਾਨੂੰਨ ਹੈਗਾ ਭਈ ਕੋਈ ਨਾਗਰਿਕ ਜਿਹੜਾ ਉਹ ਇੰਨਾ ਸਮਾਂ ਰਹਿ ਸਕਦਾ, ਇਹ ਤੋਂ ਵੱਧ ਨਹੀਂ ਰਹਿ ਸਕਦਾ। ਤੇ ਗਾਂ ਮਤਲਬ, ਕਿਉਂਕਿ ਪਾਕਿਸਤਾਨ ਦੇ ਵਿੱਚ ਸੁਣਿਆ ਵੀ ਕਈ ਲੋਕ ਕਹਿੰਦੇ ਆ ਕਿ ਅਰੂਸਾ ਆਲਮ ਕਪਤਾਨ ਸਾਹਿਬ ਦੀ ਬੇਗਮ ਆ। ਤੇ ਕਿਸੇ ਨੇ ਇਹ ਵੀ ਕਮੈਂਟ ਕਰ ਦਿੱਤਾ ਵੀ ਕਦੀ ਵੀ ਕਿਸੇ ਦੂਜੇ ਦੇਸ਼ ਦੀ ਜਿਹੜੀ ਨਾਗਰਿਕ ਆ ਉਹਦੇ ਨਾਲ ਸਾਡੇ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਹੈਗੇ ਆ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਤੇ ਤੁਸੀਂ ਅਮਰਿੰਦਰ ਸਿੰਘ ਦਾ ਬਿਆਨ ਦੇਖੋ, ਉਹ ਕਹਿੰਦਾ ਦੇਖੋ ਜੀ ਮੈਂ 80 ਸਾਲਾਂ ਦਾ ਤੇ ਅਰੂਸਾ ਆਲਮ ਹੈਗੀ ਆ 69 ਸਾਲਾਂ ਦੀ। ਤੇ ਲੋਕੀ ਐਵੇਂ ਤੋਹਮਤਾਂ ਜੀਆਂ ਲਾਈ ਜਾਂਦੇ ਆ। ਦੱਸੋ ਹਾਂ ਭਲਾ ਵੀ ਇਹ ਮਤਲਬ ਹੁਣ ਤੁਸੀਂ ਸਮਝ ਗਏ ਜੇ ਸਾਡੇ ਦਰਸ਼ਕ ਮਤਲਬ ਸਾਡੀ ਮੈਚੁਰ ਫਰੈਂਡਸ਼ਿਪ ਹੈ, ਉਹਨਾਂ ਨੇ ਇਹ ਕਿਹਾ। ਔਰ ਅਰੂਸਾ ਆਲਮ ਦਾ ਵੀ ਇੱਕ ਬੜਾ ਸਖਤ ਬਿਆਨ ਆਇਆ ਜੀ। ਉਹਨਾਂ ਨੇ ਪੰਜਾਬ ਦੇ ਕਾਂਗਰਸੀਆਂ ਨੂੰ ਕਿਹਾ ਉਹ ਲੱਕੜ ਬੱਗੇ ਆ। ਲੱਕੜ ਬੱਗੇ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ, ਉਹ ਜਾਨਵਰ ਹੁੰਦਾ ਜਿਹੜਾ ਕਿਸੇ ਹੋਰ ਦਾ ਮਰਿਆ ਸ਼ਿਕਾਰ ਜਾਂ ਮਰੇ ਸ਼ਿਕਾਰ ਨੂੰ ਖਾਂਦਾ ਜਾ ਕੇ, ਆਪ ਨਹੀਂ ਸ਼ਿਕਾਰ ਕਰਦਾ। ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਕੈਪਟਨ ਸਾਹਿਬ ਤਾਕਤ 'ਚ ਨਹੀਂ ਰਹੇ, ਕਿਸੇ ਦਾ ਸ਼ਿਕਾਰ ਉਹਨਾਂ ਦਾ ਪਹਿਲਾਂ ਹੋ ਚੁੱਕਾ ਆ, ਤੇ ਉਹ ਮਰੇ ਹੋਏ ਸ਼ਿਕਾਰ ਨੂੰ ਲੱਕੜ ਬੱਗੇ ਪੈ ਗਏ ਨੇ ਸਾਰੇ। ਨਹੀਂ, ਇਹ ਤਾਂ ਠੀਕ ਹੈ ਜੀ, ਇਹ ਤਾਂ ਬੜਾ ਵਾਜਬ ਸਵਾਲ ਆ ਵੀ 4.5 ਸਾਲ ਜਾਂ ਉਸ ਤੋਂ ਵੀ ਪਹਿਲਾਂ ਤਾਂ ਕਦੀ ਕਿਸੇ ਨੇ ਗੱਲ ਨਾ ਕੀਤੀ ਆਪਣੇ ਆਪਸ 'ਚ। ਜਿੱਦਾਂ ਨਾ ਉਹ ਇੱਕ ਬੰਦੇ ਨੂੰ ਨਾ ਪੁਲਿਸ ਵਾਲੇ ਫੜ ਕੇ ਲੈ ਗਏ, ਤੇ ਉਹ ਵਾਪਸ ਜਦੋਂ ਪਿੰਡ ਆਇਆ ਨਾ, ਆਂਦਾ ਮੈਂ ਥਾਣੇਦਾਰ ਨੂੰ ਬਹੁਤ ਗਾਲਾਂ ਕੱਢੀਆਂ। ਤੇ ਉਹ ਲੋਕੀ ਬੜੇ ਹੈਰਾਨ ਹੋਏ, ਕਹਿੰਦੇ ਤੂੰ ਥਾਣੇਦਾਰ ਨੂੰ ਗਾਲਾਂ ਕੱਢੀਆਂ? ਤੇ ਲੋਕੀ ਤਾਂ ਕਹਿੰਦੇ ਸਿਪਾਹੀ ਨੂੰ ਨਹੀਂ ਕੋਈ ਗਾਲ ਕੱਢ ਸਕਦਾ, ਤੂੰ ਥਾਣੇਦਾਰ ਨੂੰ ਕਿੱਦਾਂ ਗਾਲਾਂ ਕੱਢਦਾ ਰਿਹਾ ਕੱਢੀਆਂ? ਕਹਿੰਦਾ ਮੈਂ ਮੂੰਹ 'ਚ ਹੀ ਕੱਢੀਆਂ, ਕਿ ਉਹਨੂੰ ਕਿਹੜੀਆਂ ਸੁਣੀਆਂ ਹੋਣੀਆਂ। ਤੇ ਇਹ ਉਦੋਂ ਮੂੰਹ 'ਚ ਹੀ ਕੱਢਦੇ ਸੀਗੇ ਨਾ, ਜਦੋਂ ਅਮਰਿੰਦਰ ਸਿੰਘ ਹੁਣੀ ਕੈਪਟਨ ਮੁੱਖ ਮੰਤਰੀ ਸੀਗੇ। ਇਹ ਜਿਹੜੀ ਮੈਚ ਵਾਲੀ ਗੱਲ ਆ ਨਾ ਜੀ, ਇਹ ਬਹੁਤ ਬਦਕਿਸਮਤੀ ਵਾਲੀ ਗੱਲ ਆ। ਮੈਚ ਦਾ ਮਤਲਬ ਇਹ ਆ ਕਿ ਜਦੋਂ ਮੈਚ ਹੁੰਦਾ ਤਾਂ ਇੱਕ ਟੀਮ ਨੇ ਜਿੱਤਣਾ, ਇੱਕ ਨੇ ਹਾਰਨਾ, ਇਹ ਪਹਿਲਾਂ ਹੀ ਤੈਅ ਹੁੰਦਾ। ਕੋਈ ਵੀ ਟੀਮ ਜਿਹੜੀ ਆ ਉਹ ਦਾਅਵਾ ਨਹੀਂ ਕਰ ਸਕਦੀ ਕਿ ਮੈਂ ਕੇਵਲ ਜਿੱਤਣ ਲਈ ਖੇਡਣਾ। ਤੇ ਓਲੰਪਿਕਸ ਦਾ ਜਿਹੜਾ ਮਾਟੋ ਆ ਉਹ ਵੀ ਇਹ ਆ ਬਈ ਖੇਡ ਨੂੰ ਖੇਡ ਭਾਵਨਾ ਨਾਲ ਖੇਡੋ। ਔਰ ਇਹ ਜਦੋਂ ਭਾਰਤ ਤੇ ਪਾਕਿਸਤਾਨ ਦਾ ਕੋਈ ਵੀ ਮੈਚ ਹੁੰਦਾ, ਖਾਸ ਕਰਕੇ ਕ੍ਰਿਕਟ ਦਾ ਹੋਵੇ ਜਾਂ ਹਾਕੀ ਦਾ ਹੋਵੇ, ਤਾਂ ਬਹੁਤ ਹਾਈਪ ਹੋ ਜਾਂਦੀ ਹੈਗੀ ਆ, ਲੋਕਾਂ ਦੇ ਵਿੱਚ ਬੜਾ ਜੋਸ਼ ਆ ਜਾਂਦਾ। ਇਹਦੀ ਇੱਕ ਪੋਜ਼ਿਟਿਵ ਗੱਲ ਵੀ ਹੈਗੀ ਆ ਕਿ ਦੋਨਾਂ ਦੇਸ਼ਾਂ ਦੇ ਖਿਡਾਰੀ ਜਿਹੜੇ ਆ ਉਹ ਆਪਣੀ ਪ੍ਰਤਿਭਾ ਦਾ ਵੱਧ ਤੋਂ ਵੱਧ ਵਧੀਆ ਵਿਖਾਵਾ ਕਰਨਾ ਚਾਹੁੰਦੇ ਆ, ਜਿਹਦੇ ਨਾਲ ਖੇਡ ਦਾ ਪੱਧਰ ਉੱਚਾ ਹੁੰਦਾ ਹੈ। ਇਹ ਗੱਲ ਵੱਖਰੀ ਆ, ਇਹ ਪੋਜ਼ਿਟਿਵ ਗੱਲ ਆ। ਪਰ ਜੋ ਕੁਛ ਹੁਣ ਆਪਾਂ ਇਹ ਦੇਖਿਆ ਇਸ ਮੈਚ ਤੋਂ, ਜਦੋਂ ਪਾਕਿਸਤਾਨ ਕੋਲੋਂ ਹਾਰਿਆ, ਤਾਂ ਹਾਲਾਂਕਿ ਦੇਖੋ ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਕਪਤਾਨ ਨੂੰ ਜੱਫੀ ਪਾਈ,
ਉਹਨੇ ਅਸੈਪਟ ਕੀਤੀ ਹਾਰ। ਉਹਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਕਿਹਾ ਹੈਗਾ ਕਿ ਲੋਕੀ ਜਿਹੜੇ ਗਾਲਾਂ ਕੱਢਣ ਲੱਗ ਜਾਂਦੇ ਆ, ਕੋਈ ਵਿਰਾਟ ਕੋਹਲੀ ਨੂੰ ਕੱਢਣ ਲੱਗ ਜਾਂਦਾ, ਕੋਈ ਕਿਸੇ ਨੂੰ ਕੱਢਣ ਲੱਗ ਜਾਂਦਾ, ਉਹ ਕਹਿੰਦਾ ਵੀ ਇਹ ਖੇਡ ਆ, ਖੇਡ ਦੇ ਵਿੱਚ ਜਿੱਤ ਵੀ ਸਕਦਾ ਬੰਦਾ, ਹਾਰ ਵੀ ਸਕਦਾ। ਤੇ ਖਾਸ ਕਰਕੇ ਜਿਹੜੀ ਆ ਜੀ ਧਰਮ ਨਾਲ ਜੋੜ ਕੇ ਗੱਲ ਕਰਨੀ, ਜਿੱਦਾਂ ਤੁਸੀਂ ਭਾਈ ਗੁਰਦਾਸ ਇੰਸਟੀਚਿਊਟ ਦੀ ਗੱਲ ਕੀਤੀ ਆ ਜਾਂ JNK ਦੀ ਗੱਲ ਕੀਤੀ ਆ, ਤੇ ਇਹ ਮੈਨੇਜਮੈਂਟਾਂ ਦਾ ਵੀ ਫਾਲਟ ਹੈਗਾ। ਦੇਖੋ ਜਦੋਂ ਕੋਈ ਮੈਚ ਹੁੰਦਾ ਤਾਂ ਭਾਵੇਂ ਆਪਣੇ ਦੇਸ਼ ਦਾ ਹੀ ਕੋਈ ਦੋ ਟੀਮਾਂ ਦਾ ਮੈਚ ਹੋਵੇ, ਦਰਸ਼ਕ ਜਿਹੜੇ ਆ ਉਹ ਆਪਣੀ ਆਪਣੀ ਟੀਮ ਮੰਨ ਲੈਂਦੇ ਆ ਕਿ ਆਹ ਮੇਰੀ ਟੀਮ ਆ। ਤੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਪਾਕਿਸਤਾਨ ਦੀ ਟੀਮ ਦੇ ਵੀ ਉਪਾਸ਼ਕ ਹੋ ਸਕਦੇ ਆ। ਪਾਕਿਸਤਾਨ ਦੇ ਵਿੱਚ ਕੁਝ ਲੋਕ ਹੋ ਸਕਦੇ ਆ ਜੋ ਭਾਰਤ ਦੀ ਟੀਮ ਦੇ ਉਪਾਸ਼ਕ ਹੋ ਜੀ ਸਕਦੇ ਆ। ਬਿਲਕੁਲ, ਜਿਹੜੀ ਟੀਮ ਚੰਗਾ ਖੇਡਦੀ ਆ। ਹਾਂਜੀ, ਓਲੰਪਿਕਸ ਦੇ ਵਿੱਚ ਜਦੋਂ ਓਲੰਪਿਕ ਹੋਈ ਐਤਕਾਂ, ਤਾਂ ਤੁਹਾਨੂੰ ਯਾਦ ਆ ਆਪਾਂ ਗੱਲ ਕੀਤੀ ਸੀਗੀ ਕਿ ਪਾਕਿਸਤਾਨੀ ਖਿਡਾਰੀਆਂ ਨੇ ਭਾਰਤੀ ਹਾਕੀ ਖਿਡਾਰੀਆਂ ਦੀ ਇਸ ਗੱਲੋਂ ਬੜੀ ਪ੍ਰਸ਼ੰਸਾ ਕੀਤੀ ਆ ਕਿ ਉਹ ਜਿਹੜੀਆਂ ਯੂਰਪ ਦੀਆਂ ਟੀਮਾਂ ਆ ਉਹਨਾਂ ਨਾਲ ਬੜੀ ਵਧੀਆ ਹਾਕੀ ਦਾ ਪ੍ਰਦਰਸ਼ਨ ਉਹਨਾਂ ਨੇ ਕੀਤਾ। ਤੇ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਮਸ਼ਹੂਰ ਹਾਕੀ ਖਿਡਾਰੀ ਹਸਨ ਸਰਦਾਰ ਵੀ ਸੀਗਾ ਜਿਹਨੇ ਇਹ ਗੱਲ ਕਹੀ ਸੀਗੀ। ਜੀ ਤੇ ਜਿਹੜੇ ਪਾਕਿਸਤਾਨ ਦੇ ਸੈਂਸੀਬਲ ਲੋਕ ਨੇ ਜਾਂ ਇੰਡੀਆ ਦੇ ਸੈਂਸੀਬਲ ਲੋਕ ਨੇ ਉਹ ਇਹ ਕਹਿੰਦੇ ਆ, ਅਸੀਂ ਵੀ ਇਹ ਮਹਿਸੂਸ ਕਰਦੇ ਆ ਕਿ ਇਹ ਬਹੁਤ ਮਾੜੀ ਗੱਲ ਆ। ਖੇਡ ਨੂੰ ਖੇਡ ਭਾਵਨਾ ਨਾਲ ਲੈਣਾ ਚਾਹੀਦਾ। ਅਸੀਂ ਯਾਨੀ ਅਸੀਂ ਮੀਨਜ਼ ਭਾਰਤ ਨੇ ਪਾਕਿਸਤਾਨ ਨੂੰ ਕਿੰਨੀ ਵਾਰੀ ਹਰਾਇਆ, ਤੇ ਜੇ ਪਾਕਿਸਤਾਨ ਦੀ ਟੀਮ ਨੇ ਭਾਰਤ ਦੀ ਟੀਮ ਨੂੰ ਹਰਾਤਾ ਤੇ ਕੋਈ ਅਸਮਾਨਤਾ ਨਹੀਂ ਡਿੱਗਾ ਜੀ। ਅਜੇ ਪਰ ਹੋਰ ਸਰ ਮੈਚ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਪਰ ਜਿਹੜੇ ਸਿਆਸੀ ਲੋਕ ਨੇ ਨਾ ਜੀ, ਉਹ ਆਪਣੀਆਂ ਵੋਟਾਂ ਦੀ ਖਾਤਰ ਜਿਸ ਤਰ੍ਹਾਂ ਦੀ ਖੇਡ ਭਾਰਤ 'ਚ ਚੱਲ ਰਹੀ ਆ ਤੇ ਜਿਸ ਤਰ੍ਹਾਂ ਦੇ ਮਤਲਬ ਘਟੀਆ ਤਰ੍ਹਾਂ ਦੇ ਸਿਆਸਤਦਾਨ ਮੂਹਰਲੀਆਂ ਸਫਾਂ 'ਚ ਆ ਗਏ ਨੇ, ਵਿਜ ਵਰਗੇ ਲੋਕ, ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਕਿਸ ਸਮੇਂ ਤੇ ਕਿਹੜੀ ਗੱਲ ਕਹਿਣੀ ਆ, ਉਹਨੇ ਜਿਹੜਾ ਮਿਆਰ ਹੈ ਨਾ ਸਿਰਫ ਰਾਜਨੀਤੀ ਦਾ ਡਾਊਨ ਕੀਤਾ, ਉਹਦੇ ਨਾਲ ਭਾਰਤ ਦੇ ਉੱਤੇ ਵੀ ਜਿਹੜਾ ਮਾੜਾ ਪ੍ਰਭਾਵ ਪੈਂਦਾ ਦੁਨੀਆ ਭਰ ਤੋਂ। ਸੋ ਅੱਜ ਦੇ ਲਈ ਇੰਨਾ ਕਾਫੀ ਹੈ ਜੀ, ਸਮਾਂ ਆਪਣਾ ਹੋ ਗਿਆ ਤੇ ਖੇਡ ਨੂੰ ਤੇ ਬਹੁਤ ਜ਼ਰੂਰੀ ਆ ਕਿ ਖੇਡ ਭਾਵਨਾ ਦੇ ਤੌਰ ਤੇ ਲਿਆ ਜਾਵੇ। ਜਿਹੜੇ ਲੋਕਾਂ ਨੇ ਵੀ ਇਹ ਗਲਤੀ ਕੀਤੀ ਆ ਜਾਂ ਜਿਹੜੇ ਰਾਜਨੀਤੀਵਾਨ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ, ਅਸੀਂ ਆਪਣੇ ਇਸ ਪਲੇਟਫਾਰਮ ਤੋਂ ਦੀ ਨਿੰਦਾ ਕਰਦੇ ਹਾਂ, ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਮਿਹਰਬਾਨੀ ਜੀ।